ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਿਰੁਕਤ ਸਰੂਪ ਹੈ, ਤ੍ਰੈਮੁਕਤ ਵਿਭੂਤ ਹੈ। ਪ੍ਰਭੁਗਤ ਪ੍ਰਭਾ ਹੈ, ਸੋ ਜੁਗਤ ਸੁਦਾ ਹੈ। ਸदैवं ਸਰੂਪ ਹੈ, ਅਭੇਦੀ ਅਨੂਪ ਹੈ। ਸਮਸਤੋ ਪਰਾਜ ਹੈ, ਸਦਾ ਸਰਬ ਸਾਜ ਹੈ। ਸਮਸਤੁਲ ਸਲਾਮ ਹੈ, ਸदैवल ਅਕਾਮ ਹੈ। ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ। ਓੰਕਾਰ ਰੂਪੈ, ਅਨਾਦ ਸਰੂਪੈ। ਓੰਕਾਰ ਰੂਪੈ, ਅਨਾਦ ਸਰੂਪੈ। ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ। ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ। ਤ੍ਰਿਭ੍ਰੰਗੰ ਤ੍ਰਿਬਾਦੇ, ਅਗੰਜੇ ਅਗਾਦੇ। ਸ਼ੁਭੰ ਸਰਬ ਭਾਗੇ, ਸੋ ਸਰਬਾ ਅਨੁਰਾਗੇ। ਸ਼ੁਭੰ ਸਰਬ ਭਾਗੇ, ਸੋ ਸਰਬਾ ਅਨੁਰਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਜੁੜ ਬੈਠ ਕੇ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਾਪ ਸਾਹਿਬ ਦੇ ਕੁਝ ਬਚਨ ਸੰਤਾਂ ਦੇ ਰੂਪ ਅੰਦਰ ਆਪ ਜੀ ਨੇ ਸਰਵਣ ਕੀਤੇ ਨੇ। ਅੱਜ ਦੇ ਜੋ ਵਿਸ਼ੇ ਹਨ, ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਨਿਰੁਕਤ ਸਰੂਪ ਹੈ। ਨਿਰੁਕਤ ਦਾ ਭਾਵ ਹੈ ਜਿਸ ਦੀ ਉਪਮਾ ਕੋਈ ਕਰ ਨਾ ਸਕੇ। ਭਾਵੇਂ ਕਿੰਨੀ ਉਪਮਾ ਕੀਤੀ ਜਾਏ, ਫਿਰ ਵੀ ਉਹ ਬਚ ਜਾਏ ਹੋਰ ਪੂਰੀ ਤਰ੍ਹਾਂ ਜਿਹਨੂੰ ਕਿਹਾ ਨਾ ਜਾ ਸਕੇ। ਸਤਿਗੁਰੂ ਨੇ ਤਾਂ ਅੱਜ ਬਚਨ ਕੀਤਾ, ਕਹਿੰਦੇ ਨਿਰੁਕਤ ਸਰੂਪ ਹੈ। ਉਹਦੀ ਉਸਤਤ ਵਿੱਚ ਜਦੋਂ ਤੋਂ ਸੰਸਾਰ ਬਣਿਆ, ਪਹਿਲਾਂ ਤਾਂ ਮਨੁੱਖ ਅਚੇਤ ਰਿਹਾ, ਫਿਰ ਜਿਉਂ-ਜਿਉਂ ਉਹਦੀ ਸਮਝ ਵਧੀ, ਜਿਉਂ-ਜਿਉਂ ਉਹਦੀ ਖੋਜ ਵਧੀ, ਅਨੇਕ ਹੀ ਭਗਤ ਇਸ ਧਰਤੀ 'ਤੇ ਪੈਦਾ ਹੋਏ ਨੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕੀਤੀ। ਅਤੇ ਜਿਉਂ-ਜਿਉਂ ਉਹਨਾਂ ਨੇ ਬੰਦਗੀ ਕੀਤੀ, ਉਹਨਾਂ ਨੇ ਵੇਖਿਆ ਵੀ ਜਿਹਦੀ ਬੰਦਗੀ ਕਰ ਰਹੇ ਹਾਂ ਉਹ ਬੇਪਰਵਾਹ ਅਤੇ ਅਸੀਮ ਇੰਨਾ ਵੱਡਾ ਹੈ ਕਿ ਜਿੰਨਾ ਅਸੀਂ ਵੇਖਦੇ ਹਾਂ ਉਸ ਤੋਂ ਵੀ ਹੋਰ ਅੱਗੇ ਉਹਦਾ ਸਰੂਪ ਹੈ।
ਭਾਵ ਖਤਮ ਨਹੀਂ ਹੁੰਦਾ। ਨਾ ਉਹਦੀ ਉਪਮਾ ਬਿਆਨ ਵਿੱਚ ਆਉਂਦੀ ਹੈ, ਨਾ ਉਸ ਦਾ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਉਹਦੀ ਅਵਸਥਾ ਲੱਭਦੀ ਕਿ ਉਹਨੂੰ ਕਿਸੇ ਜਾਣ ਲਿਆ ਹੈ। ਬਸ ਜਿਹੜੇ ਗਏ, ਜੇ ਤੇ ਕਿਨਾਰੇ 'ਤੇ ਖਲੋ ਕੇ ਵਹਿੰਦੇ ਰਹੇ ਤੇ ਕੁਝ ਨਾ ਕੁਝ ਸਾਡੇ ਵਾਸਤੇ ਕਹਿ ਦਿੱਤਾ। ਆ ਜਿੰਨੀ ਬਾਣੀ ਹੈ, ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ, ਉਹਦਾ ਗਿਆਨ, ਉਹਦੇ ਨਾਲ ਜੁੜੇ ਤੇ ਲੱਖਾਂ ਹੀ ਲੋਕ ਨੇ ਇਸ ਧਰਤੀ 'ਤੇ, ਅਨੇਕ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਪਰ ਸਾਰੇ ਬੋਲ ਨਹੀਂ ਸਕੇ। ਜਦੋਂ ਕਬੀਰ ਜੀ ਹੋਏ ਨੇ, ਰਵਿਦਾਸ ਜੀ ਹੋਏ ਨੇ, ਭਗਤ ਹੋਰ ਵੀ ਬਹੁਤ ਸਾਰੇ ਸਨ, ਪਰ ਜਿਉਂ ਹੀ ਉਹ ਜੁੜੇ ਚੁੱਪ ਹੋ ਗਏ। ਉਹਨਾਂ ਦੇ ਵਿੱਚ ਸਮਰੱਥਾ ਹੀ ਨਹੀਂ ਰਹੀ ਵੀ ਪਰਤ ਕੇ ਖਬਰ ਵੀ ਦਈਏ ਜਿਹਨੂੰ ਅਸੀਂ ਮਿਲੇ ਹਾਂ ਉਹ ਕਿਵੇਂ ਦਾ ਹੈ, ਉਹਦਾ ਸਰੂਪ ਕੀ ਹੈ, ਉਹਦਾ ਰੂਪ ਕੀ ਹੈ, ਉਹਨੂੰ ਮਿਲਣ ਨਾਲ ਮਿਲਦਾ ਕੀ ਹੈ। ਕਿਉਂਕਿ ਇਹ ਸਾਧਨਾ ਬੜੀ ਔਖੀ ਹੈ। ਇਹ ਜਿਹੜਾ ਰਾਹ ਹੈ ਕਠਿਨ ਹੈ। ਸੰਸਾਰ ਨੂੰ ਛੱਡ ਕੇ ਉਹਦੇ ਤੋਂ ਉੱਤੇ ਕੰਮ ਕਰਨਾ, ਤਾਂ ਜਿੰਨੀ ਇਹ ਕਠਿਨ ਸਾਧਨਾ ਹੈ ਓਨਾ ਇਹ ਗੁਰੂ ਕੇ ਸਵਾਰਿਓ ਰਸ ਵੀ ਵੱਡਾ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ, ਗੱਲ ਜ਼ਰੂਰ ਹੈ ਵੀ ਖੰਡੇ ਧਾਰ ਗਲੀ ਹੈ ਸਰੀਰ ਧਾਰੀ। ਅਸੀਂ ਸਰੀਰ ਦੇ ਵਿੱਚ ਰਹਿੰਦੇ ਹਾਂ, ਸਰੀਰ ਦੇ ਰਸ ਬੰਦੇ ਨੂੰ ਖਿੱਚ ਕੇ ਰੱਖਦੇ ਨੇ, ਕੋਈ ਸ਼ੱਕ ਨਹੀਂ। ਤੇ ਜਿਹੜੀ ਗੱਲ ਗੁਰੂ ਕਲਗੀਧਰ ਪਾਤਸ਼ਾਹ ਨੇ ਕਹੀ ਹੈ ਵੀ ਉਹਦੀ ਖੋਜ ਉਹਨਾਂ ਨੇ ਕੀਤੀ ਜਿਨ੍ਹਾਂ ਨੇ ਥੋੜ੍ਹਾ ਜਿਹਾ ਆਪਣੇ ਸਰੀਰ ਤੋਂ ਪਾਰ ਵੇਖਿਆ, ਉੱਚੀ ਜਿਨ੍ਹਾਂ ਦੀ ਨਜ਼ਰ ਗਈ। ਪਰ ਇਹ ਗੱਲ ਜ਼ਰੂਰ ਕਹੀ ਹੈ ਵੀ ਜਿਨ੍ਹਾਂ ਨੇ ਉਹਨੂੰ ਥੋੜ੍ਹਾ ਜਿਹਾ ਛੂਹ ਲਿਆ, ਥੋੜ੍ਹਾ ਜਿਹਾ ਪਾ ਲਿਆ ਉਹਦਾ ਸਵਾਦ, ਫਿਰ ਉਹਨਾਂ ਵਾਸਤੇ ਹੋਰ ਸਭ ਕੁਝ ਫਿੱਕਾ ਪੈ ਗਿਆ। ਇਸ ਕਰਕੇ ਕਹਿੰਦੇ ਨੇ ਵੱਡਾ ਬਹੁਤ ਹੈ। ਸੁਣ ਸੁਣ ਕੇ ਆਮ ਲੋਕ ਵੱਡਾ ਕਹਿੰਦੇ। ਗੁਰੂ ਨਾਨਕ ਸਾਹਿਬ ਜੀ ਦਾ ਤੁਸੀਂ ਸ਼ਬਦ ਪੜ੍ਹਦੇ ਹੋ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਸੁਣ ਸੁਣ ਕੇ ਤਾਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਉਹਨੂੰ ਵੱਡਾ ਕਹੀ ਜਾ ਰਹੇ ਨੇ। ਇੱਕ ਅੱਗੇ ਕਹਿੰਦਾ, ਦੂਸਰੇ ਉਹਨੂੰ ਸੁਣ ਕੇ ਕਹਿਣ ਲੱਗ ਪੈਂਦੇ, ਫਿਰ ਅੱਗੋਂ ਹੋਰ ਸੁਣ ਲੈਂਦੇ, ਉਹ ਕਹਿੰਦੇ ਨੇ। ਸੁਣ ਸੁਣ ਕੇ ਕਹੀ ਜਾ ਰਹੇ ਨੇ, ਪੜ੍ਹ ਕੇ ਵੀ ਕਹਿ ਰਹੇ ਨੇ, ਪਰ ਉਹ ਅਸਲ ਵਿੱਚ ਕਿੰਨਾ ਕੁ ਵੱਡਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਜਿੱਦਣ ਕਿਤੇ ਥੋੜ੍ਹਾ ਜਿਹਾ ਦੇਖ ਲਿਆ ਅੱਖ ਚੁੱਕ ਕੇ, ਫਿਰ ਪਤਾ ਲੱਗਾ ਵੀ ਜਿਹਨੂੰ ਸੁਣਿਆ ਸੀ ਉਹ ਸੁਣਨਾ ਤੇ ਬੜਾ ਛੋਟਾ ਰਿਹਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਫਿਰ ਕਹਿੰਦੇ ਨੇ ਦੁਨੀਆ ਦੀ ਕੋਈ ਦੌਲਤ ਨਹੀਂ ਕਿ ਆਪਾਂ ਉਸ ਦੌਲਤ ਦੇ ਬਦਲੇ ਵਿੱਚ ਉਹਦੀ ਪ੍ਰਾਪਤੀ ਕਰ ਲਈਏ। ਕੀਮਤ ਪਾਏ ਨਾ ਕਹਿਆ ਜਾਏ। ਕੋਈ ਕਿਸੇ ਕੋਲ ਇੰਨੀ ਦੌਲਤ ਨਹੀਂ, ਇੰਨੀ ਮਾਇਆ ਨਹੀਂ ਜਿਹਨੂੰ ਦੇ ਕੇ ਉਹਨੂੰ ਖਰੀਦ ਲਿਆ ਜਾਏ, ਉਹਨੂੰ ਆਪਣੇ ਵੱਸ ਵਿੱਚ ਕੀਤਾ ਜਾਏ। ਕਿਉਂਕਿ ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਨ੍ਹਾਂ ਨੇ ਕਹਿਣਾ ਸੀ ਤੈਨੂੰ ਉਹ ਤੇਰੇ ਵਿੱਚ ਹੀ ਸਮਾ ਗਏ, ਕਹਿਣ ਜੋਗੇ ਰਹੇ ਹੀ ਨਹੀਂ। ਤੇ ਜਿਹੜਾ ਕਿਹਾ ਵੀ ਹੈ ਨਾ, ਉਹ ਵੀ ਸਿਰਫ ਉਹਨਾਂ ਨੇ ਥੋੜ੍ਹਾ ਜਿਹਾ ਯਤਨ ਕਰਕੇ ਕੁਝ ਹਿੱਸਾ ਕਿਹਾ, ਸਾਰਾ ਨਹੀਂ। ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਮੈਂ ਸਾਰਾ ਕਹਿ ਦਿੱਤਾ ਹੈ। ਕਿੰਨੇ ਕੁ ਉਹਨੂੰ ਗਾ ਰਹੇ ਨੇ, ਇਹ ਵੀ ਅੰਤ ਨਹੀਂ। ਹੋਰ ਕੇਤੇ ਤੁਧ ਨੂੰ ਗਾਵਣ, ਸੇ ਮੈਂ ਚਿਤ ਨਾ ਆਵਣ, ਨਾਨਕ ਕਿਆ ਵਿਚਾਰੇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਫਿਰ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ। ਗੁਰੂ ਸਾਹਿਬ ਨੇ ਆਪ ਲਿਖਿਆ ਵੀ ਹੈ, ਆਪਣੇ ਹੱਥਾਂ ਨਾਲ ਲਿਖਦੇ ਵੀ ਰਹੇ ਬਾਣੀ ਨੂੰ। ਪਰ ਕਹਿੰਦੇ ਮੈਂ ਲਿਖਿਆ ਬਹੁਤ ਹੈ, ਪਰ ਉਹਦਾ ਕਰਮ, ਉਹਦੀ ਬਖਸ਼ਿਸ਼ ਇੰਨੀ ਹੈ ਨਾ, ਜਿਵੇਂ ਬੜੀ ਮੋਹਲੇ ਧਾਰ ਜਦੋਂ ਬਾਰਿਸ਼ ਪਵੇ ਤੇ ਕੋਈ ਭਾਂਡਾ ਲੈ ਕੇ ਚਾਹੇ ਵੀ ਮੈਂ ਇਸ ਸਾਰੇ ਬ੍ਰਹਿਮੰਡ ਦੀ ਬਾਰਿਸ਼ ਨੂੰ, ਚੌਹਾਂ ਪਾਸੇ ਬੱਦਲ ਛਾ ਗਏ ਨੇ, ਬੜਾ ਮੋਹਲੇ ਧਾਰ ਮੀਂਹ ਪੈ ਰਿਹਾ,
ਕੁਝ ਦਿਸਦਾ ਨਹੀਂ, ਤੇ ਕੋਈ ਆਦਮੀ ਇੱਕ ਛੋਟਾ ਜਿਹਾ 10-12 ਕਿਲੋ ਦਾ ਬਰਤਨ ਲੈ ਕੇ ਬਾਹਰ ਨਿਕਲੇ ਤੇ ਕਵੇ ਵੀ ਇਸ ਸਾਰੇ ਆਕਾਸ਼ ਤੋਂ ਆ ਰਹੀਆਂ ਬੂੰਦਾਂ ਮੇਰੇ ਭਾਂਡੇ ਵਿੱਚ ਰਹਿਣ, ਕਹਿੰਦੇ ਉਹ ਕਿੰਨਾ ਕੁ ਚਿਰ, ਉਹ ਤੇ ਬਹੁਤ ਛੋਟਾ ਹੈ। ਜਿਨ੍ਹਾਂ ਤੇ ਉਹ ਰਹਿਮਤ ਵਾਪਰੀ ਹੈ, ਬਹੁਤਾ ਕਰਮ, ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ ਇੱਥੇ, ਜਿਨ੍ਹਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੀ ਬਾਰਿਸ਼ ਹੋਈ, ਮੀਂਹ ਪਿਆ, ਉਹ ਕਹਿੰਦੇ ਵੀ ਅਸੀਂ ਜ਼ਰੂਰ ਚਾਹਿਆ ਵੀ ਇਹਨੂੰ ਅਸੀਂ ਕੰਟਰੋਲ ਵਿੱਚ ਕਰ ਲਈਏ, ਵੀ ਇਹਦੇ ਬਾਰੇ ਜਾਣ ਕੇ ਕਵਾਂਗੇ, ਵੀ ਲਿਖਾਂਗੇ ਕਿਵੇਂ ਦਾ ਮੀਂਹ ਸੀ। ਪਰ ਕਹਿੰਦੇ ਉਹ ਤਾਂ ਅਸੀਂ ਵਿੱਚ ਹੀ ਭਿੱਜ ਗਏ, ਭਾਂਡੇ ਵੀ ਭਰੇ ਗਏ, ਤੇ ਫਿਰ ਉਹ ਮੀਂਹ ਰੁਕਦਾ ਨਹੀਂ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਜਨਮ ਜਨਮ ਕਾ ਵਿਛੜਿਆ ਮਿਲਿਆ। ਇਹ ਇੱਕ ਇਸ ਤਰ੍ਹਾਂ ਦੀ ਘਟਨਾ ਹੈ ਵੀ ਦੁਨੀਆ ਵਿੱਚ ਕਈ ਕੁਝ ਸਾਨੂੰ ਮਿਲ ਜਾਏ, ਪ੍ਰਾਪਤੀਆਂ ਨੇ ਬੜੀਆਂ। ਬੱਚੇ ਵਾਸਤੇ ਪ੍ਰਾਪਤੀ, ਜਿੱਦਣ ਉਹਦਾ ਰਿਜ਼ਲਟ ਆਉਂਦਾ, ਕਲੀਅਰ ਕਰ ਜਾਂਦਾ ਪਾਸ, ਬੜਾ ਖੁਸ਼, ਪਰ ਉਹ ਕੋਈ ਨਵੀਂ ਘਟਨਾ ਨਹੀਂ, ਉਹਦੇ ਨਾਲ ਦੇ ਹੋਰ ਵੀ ਕਈ ਨੇ। ਜਦੋਂ ਕੋਈ ਚੋਣ ਜਿੱਤ ਜਾਂਦਾ ਤੇ ਇੱਕ ਦਿਨ ਢੋਲ ਢਮੱਕਾ ਵੱਜਦਾ, ਪਰ ਉਹ ਵੀ ਕੋਈ ਨਵੀਂ ਨਹੀਂ, ਬੜੇ ਜਿੱਤੇ ਪਹਿਲਾਂ, ਫਿਰ ਉਹ ਹਾਰ ਗਏ। ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਉਦੋਂ ਵਧਾਈਆਂ ਮਿਲਦੀਆਂ ਨੇ, ਕੋਈ ਵਿਆਹ ਸ਼ਾਦੀਆਂ ਨੇ, ਹੋਰ ਕਿੰਨੇ ਕੰਮ ਨੇ ਜਿਹਨੂੰ ਇੱਕ ਵਾਰੀ ਵੇਖ ਕੇ ਬੰਦਾ ਖੁਸ਼ ਤਾਂ ਹੁੰਦਾ, ਪਰ ਉਹ ਗੱਲ ਕੋਈ ਵੱਡੀ ਨਹੀਂ, ਉਹ ਬਹੁਤ ਵਾਰੀ ਹੋਈ ਹੈ ਤੇ ਹੋ ਹੀ ਰਹੀ ਹੈ ਅੱਗੋਂ ਵੀ। ਪਰ ਕਿਸੇ ਦੇ ਉੱਤੇ ਰੱਬ ਦੀ ਬਖਸ਼ਿਸ਼ ਹੋਵੇ, ਇਹ ਰੋਜ਼ ਨਹੀਂ ਹੁੰਦਾ, ਤੇ ਜਦੋਂ ਕਿਸੇ ਤੇ ਹੁੰਦਾ ਹੈ ਸਿਰਫ ਉਹਨੂੰ ਪਤਾ ਲੱਗਦਾ, ਉਹਦੇ ਨਾਲ ਬੈਠੇ ਨੂੰ ਸਮਝ ਨਹੀਂ ਆਉਂਦੀ ਵੀ ਇਹਨੂੰ ਕੀ ਹੈ। ਇਹ ਇੱਕ ਇਸ ਤਰ੍ਹਾਂ ਦੀ ਰਹਿਮਤ ਹੈ ਵੀ ਸੰਸਾਰ ਦੀ ਪ੍ਰਾਪਤੀ ਹੋਵੇ ਤੇ ਅਖਬਾਰ ਵਿੱਚ ਆ ਜਾਏਗੀ, ਬਾਹਰ ਪਤਾ ਲੱਗ ਜਾਏਗਾ, ਲੋਕ ਵੀ ਵੇਖ ਸਕਣਗੇ ਵੀ ਇਹਨੂੰ ਕੀ ਮਿਲਿਆ। ਪਰ ਜਦੋਂ ਉਹਦੀ ਬਖਸ਼ਿਸ਼ ਮਿਲਦੀ ਏ ਬਿਲਕੁਲ ਇੰਨਾ ਨੇੜੇ ਵੀ ਪਤੀ ਨੂੰ ਮਿਲੇ ਤੇ ਪਤਨੀ ਨੂੰ ਸਮਝ ਨਹੀਂ ਆਉਂਦੀ ਇਹਨੂੰ ਕੀ ਹੈ। ਸਗੋਂ ਇਹ ਵੀ ਹੋ ਜਾਂਦਾ ਕਈ ਵਾਰੀ ਬਈ ਘਰ ਦੇ ਮੈਂਬਰ ਕਹਿਣ ਲੱਗਦਾ ਵੀ ਇਹ ਤਾਂ ਗਿਆ ਬਸ ਸੰਸਾਰ ਤੋਂ, ਉਹਦੀ ਦੁਨੀਆ ਬਦਲ ਜਾਂਦੀ ਹੈ ਸਰੀਰ ਵਿੱਚ ਰਹਿੰਦਿਆਂ ਹੋਇਆਂ। ਉਹਨੂੰ ਕਹਿੰਦੇ ਨੇ ਅਕਾਲ ਪੁਰਖ ਦਾ ਫਜ਼ਲ, ਉਹਦਾ ਕਰਮ, ਉਹਦੀ ਰਹਿਮਤ। ਬਹੁਤਾ ਕਰਮ, ਜਦੋਂ ਕਿਸੇ ਤੇ ਬਹੁਤਾ ਕਰਮ ਡਿੱਗਦਾ, ਭਾਵ ਬਖਸ਼ਿਸ਼ ਜ਼ਿਆਦਾ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਲਿਖਿਆ ਨਾ ਜਾਏ, ਉਹਨੂੰ ਲਿਖਿਆ ਨਹੀਂ ਜਾ ਸਕਦਾ। ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਕਿਸੇ ਦੀ ਪਰਵਾਹ ਨਹੀਂ, ਤਮਾ ਵੀ ਨਹੀਂ, ਦੇ ਕੇ ਕਿਸੇ ਤੋਂ ਹਿਰਸ ਨਹੀਂ ਰੱਖਦਾ ਵੀ ਇਹ ਮੇਰੀ ਵਡਿਆਈ ਕਰੇਗਾ ਜਾਂ ਮੇਰਾ ਨਾਮ ਲਵੇਗਾ। ਐਸਾ ਮਹਾਨ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ। ਇਹ ਤੁਸੀਂ ਰਹਿ ਰਾਸ ਵਿੱਚ ਸ਼ਬਦ ਪੜ੍ਹਦੇ ਹੋ, ਇਸ ਕਰਕੇ ਸਮਝਣ ਵਾਲੇ। ਚੀਰਾ ਕਹਿੰਦੇ ਨੇ ਦਫ਼ਤਰ ਨੂੰ, ਜਿਵੇਂ ਕੋਈ ਕੰਮ ਚਲਾਉਣ ਵਾਸਤੇ ਦਫ਼ਤਰ ਖੋਲ੍ਹਿਆ ਜਾਏ ਨਾ, ਉਹਨੂੰ ਕਹਿੰਦੇ ਚੀਰਾ ਹੈ। ਚੀਰਾ ਦਾ ਮਤਲਬ ਹੈ ਜਿੱਥੇ ਹਿਸਾਬ ਕਿਤਾਬ ਹੁੰਦਾ, ਜਿੱਥੇ ਲੇਖਾ ਕੀਤਾ ਜਾਂਦਾ ਹੈ। ਹਜ਼ੂਰ ਕਹਿੰਦੇ ਤੇਰਾ ਤੇ ਅੰਤ ਕੀ ਪਾਉਣਾ ਸੀ, ਜਿੱਥੇ ਬਹਿ ਕੇ ਤੂੰ ਸਾਰੇ ਸੰਸਾਰ ਨੂੰ ਚਲਾਉਣਾ ਹੈ ਨਾ, ਉਹ ਸੰਸਾਰ ਨੂੰ ਚਲਾਉਣ ਦਾ ਜਿਹੜਾ ਹਿਸਾਬ ਕਿਤਾਬ ਹੈ ਉਹਦਾ ਵੀ ਅੰਤ ਕੋਈ ਨਹੀਂ ਹੈ, ਉਹ ਵੀ ਬੜਾ ਬੇਅੰਤ ਹੈ। ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਓ। ਫਿਰ ਸਾਹਿਬ ਕਹਿੰਦੇ ਸਭ ਸੁਰਤੀ ਮਿਲ ਸੁਰਤ ਕਮਾਈ। ਇਹ ਪਹਿਲਾ ਜਿਹੜਾ ਸੁਰਤੀ ਹੈ ਨਾ, ਇਹ ਬਹੁਵਚਨ ਹੈ। ਕਹਿਣ ਲੱਗੇ ਸਾਰੇ ਉਹ ਲੋਕ ਇਕੱਠੇ ਹੋ ਕੇ ਬਹਿ ਗਏ ਜਿਨ੍ਹਾਂ ਦੇ ਅੰਦਰ ਸੁਰਤ ਭਾਵ ਜਾਗ ਪਈ ਸੀ, ਗਿਆਨਵਾਨ ਸਨ। ਸਭ ਸੁਰਤੀ ਸਾਰੇ ਇਕੱਠੇ ਹੋ ਗਏ ਵੀ ਚਲੋ ਆਪਾਂ ਮਿਲ ਕੇ ਕੋਈ ਫੈਸਲਾ ਕਰੀਏ ਵੀ ਕਿੰਨਾ ਕੁ ਮਹਾਨ ਹੈ। ਕਹਿੰਦੇ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਹੁਣ ਸ਼ਬਦ ਦੋਵੇਂ ਕੀਮਤ ਨੇ,
ਤੁਸੀਂ ਜਦੋਂ ਪੜ੍ਹੋਗੇ ਤੇ ਧਿਆਨ ਨਾਲ ਪੜ੍ਹਨਾ। ਪਹਿਲੀ ਜਿਹੜੀ ਕੀਮਤ ਹੈ ਉਹਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ। ਦੂਜਾ ਜਿਹੜਾ ਕੀਮਤ ਹੈ ਉਹਦਾ ਤੱਤਾ ਜਿਹੜਾ ਮੁਕਤਾ ਹੈ ਉਹਨੂੰ ਸਿਹਾਰੀ ਨਹੀਂ। ਕਿਤੇ ਕਿਤੇ ਜਾ ਕੇ ਵਿਆਕਰਨ ਵੀ ਜਿਹੜੀ ਹੈ ਉਹ ਬੜੇ ਫੈਸਲੇ ਕਰਦੀ ਹੈ, ਪਰ ਇਹ ਘੱਟ ਥਾਂ ਤੇ ਕਰਦੀ, ਬਹੁਤੇ ਥਾਵਾਂ ਤੇ ਉਲਝਾ ਦਿੰਦੀ ਹੈ। ਪਹਿਲੀ ਕੀਮਤ ਦਾ ਅਰਥ ਹੈ ਤੱਤੇ ਨੂੰ ਸਿਹਾਰੀ ਲੱਗ ਕੇ ਕੀਮਤ ਪਾਉਣ ਵਾਲੇ ਸੰਤ ਜਨ, ਗੁਰਮੁਖ ਪਿਆਰੇ, ਗੁਰਸਿੱਖ, ਉਹਨਾਂ ਸਾਰਿਆਂ ਨੇ ਮਿਲ ਕੇ ਜਿਹੜੇ ਕੀਮਤ ਪਾ ਸਕਦੇ ਸਨ, ਸਭ ਕੀਮਤ ਮਿਲ ਕੀਮਤ ਪਾਈ, ਉਹਦੇ ਮੁੱਲ ਨੂੰ ਜਾਣਿਆ ਵੇਖਿਆ। ਤੇ ਉਹ ਕੌਣ ਕੌਣ ਸਨ? ਗੁਰੂ ਸਾਹਿਬ ਕਹਿੰਦੇ ਗਿਆਨੀ, ਜਿਨ੍ਹਾਂ ਕੋਲ ਗਿਆਨ ਸੀ ਉਹ ਵੀ ਸਨ ਉਹਨਾਂ ਵਿੱਚ। ਧਿਆਨੀ, ਜਿਹੜੇ ਧਿਆਨ ਲਾ ਸਕਦੇ ਸਨ ਉਹ ਵੀ ਬੈਠੇ ਸਨ। ਗੁਰ, ਉਹਨਾਂ ਦੇ ਵਿੱਚ ਕਈ ਗੁਰੂ ਸਨ, ਤੇ ਗੁਰ ਹਾਈ, ਗੁਰੂਆਂ ਦੇ ਗੁਰੂ ਬੈਠੇ ਹੋਏ ਸਨ। ਇਹ ਚਾਰੇ ਸਨ, ਗਿਆਨੀ, ਧਿਆਨੀ, ਗੁਰ ਹਾਈ। ਸਾਰਿਆਂ ਨੇ ਇਕੱਠੇ ਹੋ ਕੇ ਹਿਸਾਬ ਕਿਤਾਬ ਲਾਇਆ ਤੇ ਕੀ ਪਾਇਆ? ਕਹਿੰਦੇ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤਿਲ ਬਿਲਕੁਲ ਛੋਟਾ ਹੁੰਦਾ ਹੈ। ਕਹਿੰਦੇ ਇੱਕ ਤਿਲ ਜਿੰਨਾ ਵੀ ਪਤਾ ਨਹੀਂ ਲੱਗਾ। ਔਰ ਇਹਦੇ ਵਿੱਚ ਹੀ ਤੇ ਵਿਸ਼ੇਸ਼ਤਾ ਹੈ, ਜਿਹੜੀ ਚੀਜ਼ ਦਾ ਪਤਾ ਹੀ ਲੱਗ ਜਾਏ ਉਹ ਤੇ ਦੂਜੇ ਦਿਨ ਪੁਰਾਣੀ ਹੋ ਜਾਂਦੀ ਹੈ। ਤੁਸੀਂ ਵੇਖਦੇ ਹੋ ਨਾ, ਆਦਮੀ ਇੱਕ ਕੱਪੜਾ ਖਰੀਦਦਾ ਹੈ, ਉਹ 2-4 ਮਹੀਨਿਆਂ ਬਾਅਦ ਪਰਤ ਕੇ ਜਾਂਦਾ ਹੈ ਤੇ ਦੁਕਾਨਦਾਰ ਦਿਖਾਉਂਦਾ ਹੈ, ਉਹ ਗ੍ਰਾਹਕ ਜਿਹੜਾ ਉਹਨੂੰ ਪਾਸੇ ਸਿੱਟ ਦਿੰਦਾ ਹੈ ਤੇ ਉਹਦੇ ਮੂੰਹ ਸ਼ਬਦ ਨਿਕਲਦਾ ਹੈ ਤੇ ਸਾਰਿਆਂ ਨੇ ਵੇਖ ਹੀ ਲਿਆ ਹੈ, ਇਹਦੇ ਵਿੱਚ ਕੀ ਹੁਣ, ਇਹ ਤਾਂ ਪਹਿਨ ਹੀ ਲਿਆ ਸਾਰਿਆਂ, ਕੁਝ ਹੋਰ ਦਿਖਾਓ ਜਿਹੜਾ ਅਜੇ ਨਹੀਂ ਦੇਖਿਆ। ਯਾਨੀ ਕਿ ਆਦਮੀ ਉਸ ਚੀਜ਼ ਦੀ ਖੋਜ ਵਿੱਚ ਹੈ। ਜਿਹੜੇ ਲੋਕ ਬੰਦੇ ਦੇ ਮਨ ਦੀ ਤਸਵੀਰ ਦੀ ਖੋਜ ਕਰਦੇ ਨੇ ਨਾ, ਉਹ ਇਹ ਗੱਲ ਕਹਿੰਦੇ ਕਿ ਆਦਮੀ ਸੰਸਾਰ ਦੇ ਵਿੱਚੋਂ ਬੇਸ਼ੱਕ ਚੀਜ਼ਾਂ ਲੱਭ ਰਿਹਾ ਨਵੀਆਂ, ਪਰ ਉਹਨੂੰ ਪਤਾ ਨਹੀਂ, ਉਹ ਨਵੀਆਂ ਚੀਜ਼ਾਂ ਨਹੀਂ ਲੱਭਦਾ, ਉਹ ਰੱਬ ਨੂੰ ਲੱਭ ਰਿਹਾ ਉਹਦੇ ਵਿੱਚ। ਉਹਦੀ ਖੋਜ ਪਰਮਾਤਮਾ ਹੈ, ਕਿਉਂਕਿ ਉਹ ਨਵੀਂ ਚੀਜ਼ ਚਾਹੁੰਦਾ ਹੈ ਜਿਹੜੀ ਨਵੀਂ ਹੋਵੇ, ਪੁਰਾਣੀ ਤੋਂ ਅੱਕ ਜਾਂਦਾ ਹੈ। ਤਾਂ ਹੀ ਆਦਮੀ ਪੁਰਾਣੀਆਂ ਚੀਜ਼ਾਂ ਤੋਂ ਅੱਕ ਜਾਏਗਾ। ਜਿੰਨਾ ਚਿਰ ਉਹਨੂੰ ਅਕਾਲ ਪੁਰਖ ਦੀ ਬਖਸ਼ਿਸ਼ ਨਹੀਂ ਮਿਲਦੀ, ਨਵੀਂ ਤੋਂ ਨਵੀਂ ਚੀਜ਼ ਦਿਓ, ਥੋੜ੍ਹੇ ਦਿਨਾਂ ਵਿੱਚ ਉਹ ਵੀ ਪੁਰਾਣੀ ਹੋ ਜਾਏਗੀ, ਪਿੱਟ ਜਾਏਗੀ, ਘਸ ਜਾਏਗੀ, ਭਾਵੇਂ ਕੁਝ ਵੀ ਹੋਵੇ, ਭਾਵੇਂ ਗਿਆਨ ਵੀ ਕਿਉਂ ਨਾ ਹੋਵੇ। ਸੰਸਾਰ ਦੀਆਂ ਕੱਪੜਿਆਂ ਦੀ ਤੇ ਗੱਲ ਹੋਰ, ਮਕਾਨਾਂ ਦੀ ਤੇ ਗੱਲ ਹੋਰ, ਗੱਡੀਆਂ ਦੀ ਤੇ ਗੱਲ ਵੱਖਰੀ। ਜਿਹੜਾ ਧਰਮ ਦਾ ਗਿਆਨ ਹੈ ਨਾ, ਜਿੰਨਾ ਚਿਰ ਬੰਦਾ ਉਸ ਸੱਚੇ ਨਾਮ ਨਾਲ ਸੁਰਤ ਨਹੀਂ ਲਾ ਲੈਂਦਾ, ਉਹਨਾਂ ਚਿਰ ਧਰਮ ਦੇ ਗਿਆਨ ਵੀ ਉਹਨੂੰ ਅਕਾ ਦਿੰਦੇ, ਪੁਰਾਣੇ ਲੱਗਣ ਲੱਗ ਪੈਂਦੇ ਨੇ, ਪੁਰਾਣੇ ਦਿਸਦੇ। ਤਾਂ ਹੀ ਤੇ ਤੁਹਾਨੂੰ ਪਤਾ, ਜਿਹੜੀ ਚੀਜ਼ ਪੁਰਾਣੀ ਹੋਵੇ ਬੰਦਾ ਉੱਥੇ ਸੌਂ ਜਾਂਦਾ, ਉਹਨੂੰ ਨੀਂਦ ਆ ਜਾਂਦੀ। ਜਿਹੜਾ ਹੁਣ ਬਸੰਤ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਉਹਦੇ ਵਿੱਚ ਕਬੀਰ ਜੀ ਦਾ ਇੱਕ ਸ਼ਬਦ ਹੈ, ਕਹਿੰਦੇ ਨੇ ਜਿੰਨਾ ਚਿਰ ਮੈਂ ਸੰਸਾਰ ਨਾਲ ਜੁੜਿਆ ਰਿਹਾ, ਸਾਰੀਆਂ ਚੀਜ਼ਾਂ ਨਵੀਆਂ ਹੁੰਦੀਆਂ ਸਨ, ਥੋੜ੍ਹੇ ਦਿਨਾਂ ਬਾਅਦ ਪੁਰਾਣੀਆਂ। ਔਰ ਹੁਣ ਕਹਿੰਦੇ ਉਸ ਸੱਚੇ ਨਾਮ ਨਾਲ ਸੁਰਤ ਜੁੜੀ ਹੈ, ਉਹਦੇ ਨਾਲ ਸਾਂਝ ਬਣੀ ਹੈ। ਕਹਿੰਦੇ ਜਿੰਨੀਆਂ ਪੁਰਾਣੀਆਂ ਚੀਜ਼ਾਂ ਸਨ ਉਹ ਵੀ ਨਵੀਆਂ ਲੱਗਦੀਆਂ ਨੇ, ਨਵੀਆਂ ਭਾਸਦੀਆਂ ਨੇ, ਪੁਰਾਣਾ ਕਦੀ ਹੁੰਦਾ ਹੀ ਨਹੀਂ। ਤੁਸੀਂ ਬਾਣੀ ਵਿੱਚ ਪੜ੍ਹੋਗੇ, ਇੱਕੋ ਇੱਕ ਕੱਪੜਾ ਹੈ ਜਿਹੜਾ ਪੁਰਾਣਾ ਨਹੀਂ ਹੁੰਦਾ, ਜਿਹੜਾ ਸਦੀਆਂ ਤੋਂ ਚੱਲ ਰਿਹਾ, ਜਿਹੜਾ ਮੁੱਦਤ ਤੋਂ ਆ ਰਿਹਾ। ਜੇ ਕਿਸੇ ਨੂੰ ਉਹ ਪਹਿਨਣ ਵਾਸਤੇ ਮਿਲ ਗਿਆ ਤੇ ਪੁਰਾਣਾ ਨਹੀਂ ਪੈਂਦਾ ਤੇ ਨਾਂ ਪਾਠਦਾ ਹੈ, ਸੱਚ ਪੁਰਾਣਾ ਹੋਵੇ ਨਾਹੀ, ਸੀਤਾ ਕਦੇ ਨਾ ਪਾਟੈ। ਗੁਰਬਾਣੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਪਾਸੇ ਤੇ ਕਿਹਾ ਨਾ, ਜਗਿਆਸੂ ਨੂੰ ਕਿਹਾ ਸੁਹਾਗਣ, ਦੂਸਰੇ ਪਾਸੇ ਅਕਾਲ ਪੁਰਖ ਨੂੰ ਕਿਹਾ ਗਿਆ ਸੁਹਾਗ ਪਤੀ ਹੈ ਸਾਰੇ ਸੰਸਾਰ ਦਾ। ਔਰ ਇਸ ਤਰ੍ਹਾਂ ਦਾ ਪਤੀ ਜਿਹੜਾ ਸਦੀਵ ਕਾਲ ਵਾਸਤੇ
ਕਦੀ ਵੀ ਉਹ ਗੁਰੂ ਕੇ ਸਵਾਰਿਓ ਪੁਰਾਣਾ ਨਹੀਂ ਹੈ, ਨਵੀਨ ਹੈ, ਨਵਾਂ ਹੈ ਬਿਲਕੁਲ। ਤਾਂ ਉਹ ਜਿਹੜਾ ਉਹਦਾ ਸਰੂਪ ਹੈ ਬਿਲਕੁਲ ਨਵਾਂ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਭਗਤ ਕਬੀਰ ਜੀ ਕਹਿੰਦੇ ਮੌਲੀ ਧਰਤੀ ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ। ਜਦੋਂ ਅੰਦਰ ਪ੍ਰਕਾਸ਼ ਮਿਲਿਆ, ਕਹਿੰਦੇ ਸਭ ਕੁਝ ਮੌਲਿਆ ਦਾ ਅਰਥ ਨਵਾਂ ਹੈ। ਜਿਵੇਂ ਫੁੱਲ ਖਿੜਦਾ ਉਹਨੂੰ ਕਹਿੰਦੇ ਫੁੱਲ ਮੌਲਿਆ ਹੋਇਆ, ਖਿੜ ਪਿਆ ਹੈ। ਮੌਲੀ ਧਰਤੀ, ਕਹਿੰਦੇ ਧਰਤੀ ਸਦੀਆਂ ਪੁਰਾਣੀ ਹੈ, ਦਹਾਕੇ ਪੁਰਾਣੀ ਹੈ, ਪਰ ਜਿੱਦਣ ਸੱਚ ਦੀ ਸਮਝ ਆਈ, ਕਹਿੰਦੇ ਧਰਤੀ ਵਿੱਚੋਂ ਵੀ ਨੂਰ, ਉਹਦੇ ਵਿੱਚ ਵੀ ਨਵਾਂਪਣ ਆ ਗਿਆ, ਧਰਤੀ ਵੀ ਨਵੀਂ ਨਕੋਰ ਹੋ ਗਈ। ਹਰ ਇੱਕ ਚੀਜ਼ ਨਵੀਂ ਤਾਜ਼ੀ ਨਹਾਤੀ ਧੋਤੀ ਹੋ ਗਈ। ਕਿਉਂ ਹੋਇਆ? ਕਿਉਂਕਿ ਮਨ ਨੇ ਇਸ਼ਨਾਨ ਕਰ ਲਿਆ। ਮੌਲੀ ਧਰਤੀ, ਜੇ ਆਕਾਸ਼ ਵੱਲ ਵੇਖਣਾ ਤੇ ਉਧਰ ਕੀ ਕਹਿੰਦੇ ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਗਾਸ। ਦੁਤੀਆ ਮੌਲੇ ਚਾਰ ਵੇਦ। ਆ ਚਾਰ ਵੇਦ ਜਿਹੜੇ ਪੜ੍ਹੇ ਜਾਂਦੇ ਨੇ, ਕਬੀਰ ਸਾਹਿਬ ਕਹਿੰਦੇ ਇਹ ਵੀ ਨਵੇਂ ਲੱਗਣ ਲੱਗ ਪਏ ਨੇ, ਹੁਣ ਪੁਰਾਣੇ ਨਹੀਂ ਲੱਗਦੇ। ਨਹੀਂ ਤੇ ਪੁਰਾਣੇ ਵੇਦ ਗ੍ਰੰਥ, ਕਥਾਵਾਂ, ਕੀਰਤਨ ਕਰੀ ਤੇ ਜਾਂਦਾ ਮਨੁੱਖ, ਸੁਣਨ ਵਾਲੇ ਸੁਣੇ ਵੀ ਜਾਂਦੇ ਨੇ, ਪਰ ਜਦੋਂ ਬੰਦਾ ਇਹਨਾਂ ਨੂੰ ਸੁਣਦਾ ਹੈ ਤੇ ਉਹਦੇ ਮਨ ਵਿੱਚ ਇੱਕ ਅਕੇਵਾਂ ਜਿਹਾ, ਇੱਕ ਉਦਾਸੀ ਜੀ ਆਉਂਦੀ। ਉਹਦਾ ਕੀ ਕਾਰਨ ਹੈ? ਕਬੀਰ ਸਾਹਿਬ ਕਹਿੰਦੇ ਅੱਜ ਤੇ ਮੈਂ ਵੇਖਿਆ ਇਹ ਸਦੀਆਂ ਸਾਲ ਪੁਰਾਣੇ ਵੇਦ ਸਨ, ਕਹਿੰਦੇ ਉਹ ਵੀ ਨਵੇਂ ਮਹਿਸੂਸ ਹੋਣ ਲੱਗ ਪਏ। ਉਹਨਾਂ ਦੇ ਅਰਥ ਹੀ ਨਵੇਂ ਨੇ, ਪੁਰਾਣੇ ਨਹੀਂ ਰਹੇ। ਨਿੱਤ ਨਵੇਂ ਅਰਥ ਉਹਦੇ ਨਿਕਲਦੇ ਨੇ ਹਰ ਰੋਜ਼। ਗਿਆਨ ਪੁਰਾਣਾ ਨਹੀਂ ਹੁੰਦਾ। ਨਹੀਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਜਿਨ੍ਹਾਂ ਕੋਲ ਗਿਆਨ ਆ ਵੀ ਜਾਂਦਾ ਨਾ ਸੰਸਾਰ ਦਾ, ਉਹ ਵੀ ਵਿਚਾਰੇ ਡਰੇ ਰਹਿੰਦੇ ਨੇ। ਉਹਨਾਂ ਵਿੱਚ ਵੀ ਡਰ ਰਹਿੰਦਾ। ਉਹ ਕਿਹੜਾ ਗਿਆਨ? ਵੀ ਮੇਰਾ ਗਿਆਨ ਕਿਤੇ ਪੁਰਾਣਾ ਨਾ ਹੋ ਜਾਏ, ਜਾਂ ਮੇਰੇ ਤੋਂ ਗਵਾਚ ਨਾ ਜਾਏ, ਮੈਨੂੰ ਭੁੱਲ ਨਾ ਜਾਏ। ਸਾਰਿਆਂ ਦਾ ਨਾਂ ਲਿਆ ਤੇ ਉਹਦੇ ਵਿੱਚ ਇੱਕ ਬਚਨ ਕਹਿ ਦਿੱਤਾ ਗੁਰੂ ਸਾਹਿਬ ਨੇ, ਕਹਿੰਦੇ ਪੰਡਤ ਰੋਵੈ ਕਈ ਰੋ ਰਹੇ ਨੇ। ਸਾਰਿਆਂ ਦਾ ਜ਼ਿਕਰ ਕੀਤਾ ਗਿਆ। ਸੰਸਾਰ ਵਿੱਚ ਮਾਇਆ ਧਾਰੀ ਰੋ ਰਿਹਾ, ਕਿਉਂਕਿ ਉਹ ਨਾ ਚਲੀ ਜਾਏ। ਜਿਹਦੇ ਕੋਲ ਅਹੁਦਾ ਹੈ ਉਹ ਰੋ ਰਿਹਾ, ਕਿਤੇ ਉਹ ਨਾ ਚਲਾ ਜਾਏ। ਇਸੇ ਤਰ੍ਹਾਂ ਕਹਿੰਦੇ ਜਿਹੜਾ ਪੰਡਤ ਹੈ ਨਾ, ਵਿਦਵਾਨ, ਜਿਹਨੇ ਪੜ੍ਹ ਕੇ ਗਿਆਨ ਇਕੱਠਾ ਕਰ ਲਿਆ, ਉਹ ਵੀ ਇਸ ਡਰ ਵਿੱਚ ਰਹਿੰਦਾ ਕਿ ਕਿਤੇ ਮੇਰਾ ਗਿਆਨ ਮੈਨੂੰ ਭੁੱਲ ਨਾ ਜਾਏ, ਜਾਂ ਘਟ ਨਾ ਜਾਏ, ਜਾਂ ਲੋਕ ਕਿਤੇ ਸੁਣਨ ਨਾ। ਇਸ ਕਰਕੇ ਉਹ ਖੋਜ ਕਰਦਾ ਰਹਿੰਦਾ ਵੀ ਕਿਤੇ ਉਹ ਨਵਾਂ, ਕੋਈ ਨਾ ਕੋਈ ਨਵੀਂ ਗੱਲ ਕਵਾਂ। ਪੰਡਤ ਰੋਵੈ ਗਿਆਨ ਗਵਾਏ, ਉਹ ਗਿਆਨ ਗਵਾਚ ਜਾਂਦਾ ਹੈ। ਪਰ ਕਬੀਰ ਸਾਹਿਬ ਕਹਿੰਦੇ ਹੁਣ ਇੱਕ ਐਸਾ ਗਿਆਨ ਮਿਲਿਆ ਹੈ ਜਿਹਨੂੰ ਪਾ ਕੇ ਕਹਿੰਦੇ ਦੁਤੀਆ ਮੌਲੇ ਚਾਰ ਵੇਦ। ਹੁਣ ਮੈਂ ਜਦੋਂ ਵੇਦ ਪੜ੍ਹਨਾ ਤੇ ਵੇਦਾਂ ਦਾ ਤੇ ਸਰੂਪ ਹੀ ਹੋਰ ਹੈ। ਪੜ੍ਹਨ ਵਾਲਿਆਂ ਨੇ ਤੇ ਉਹਨਾਂ ਨੂੰ ਕੈਦ ਵਿੱਚ ਹੀ ਰੱਖ ਛੱਡਿਆ। ਉਹਨਾਂ ਦੇ ਅਰਥ ਆਪਣੇ ਦਿਮਾਗ ਦੇ ਅਨੁਸਾਰ ਛੋਟੇ ਛੋਟੇ ਹੀ ਕਰ ਦਿੱਤੇ, ਬਿਲਕੁਲ ਆਪਣੇ ਢੰਗ ਦੇ ਨਾਲ, ਜਿਵੇਂ ਅਸੀਂ ਕਰਨੇ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ। ਗਿਆਨ ਦੇ ਅਰਥ ਬੰਦੇ ਦੇ ਮਨ ਨਾਲ ਸੰਬੰਧਿਤ ਹੁੰਦੇ ਨੇ। ਜੋ ਅਰਥ ਹੈਣ ਉਹ ਉੱਥੇ ਜਾ ਕੇ ਹੋਣਗੇ ਜਿੱਥੇ ਗੁਰੂ ਸਾਹਿਬ ਨੇ ਕਿਹਾ ਵੀ ਏਵਡ ਉੱਚਾ ਹੋਵੇ ਕੋਏ। ਜਿੱਥੇ ਸ਼ਬਦ ਦਾ ਨਿਵਾਸ ਹੈ, ਸ਼ਬਦ ਦੇ ਅਰਥ ਉੱਥੇ ਜਾ ਕੇ ਹੋਣਗੇ। ਜੇ ਕੋਈ ਬੰਦਾ ਉੱਥੇ ਪਹੁੰਚ ਗਿਆ, ਉਹਦੇ ਤੋਂ ਥੱਲੇ ਥੱਲੇ ਜਿਹੜਾ ਵੀ ਅਰਥ ਕਰੇਗਾ ਉਹ ਆਪਣੇ ਹੀ ਅਰਥ ਕਰੇਗਾ, ਕਿਉਂਕਿ ਜਿਵੇਂ ਦਾ ਆਦਮੀ ਹੈ ਉਹਨੇ ਉਸੇ ਤਰ੍ਹਾਂ ਉਹਨੂੰ ਵੇਖੇਗਾ ਜਿਵੇਂ ਦਾ ਸਰੂਪ ਹੈ। ਉਹਦੇ ਵਾਸਤੇ ਹੋਰ ਕੁਝ ਵੀ ਨਹੀਂ। ਮੈਂ ਉਦਾਹਰਨ ਦਿਆਂ, ਗੁਰੂ ਸਾਹਿਬ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਬਾਣੀ ਦੇ ਵਿੱਚ। ਉਹ ਕਹਿੰਦੇ ਨੇ ਇੱਕ ਪਸ਼ੂ ਦੇ ਅੱਗੇ ਜਿਹੜਾ ਘਾਹ ਖਾ ਰਿਹਾ ਹੈ, ਤੁਸੀਂ ਸੋਨਾ ਖਿਲਾਰ ਦਿਓ ਅੱਗੇ, ਤੇ ਸੋਨਾ ਬਹੁਤ ਮਹਿੰਗਾ ਹੈ, ਪਰ ਉਹ ਜਿਹੜਾ ਪਸ਼ੂ ਹੈ, ਉਹ ਜਿਹੜੀਆਂ ਗਾਵਾਂ ਨੇ, ਉਹ ਸੋਨੇ ਨੂੰ ਮੂੰਹ ਮਾਰ ਕੇ ਪਾਸੇ ਕਰ ਦੇਣਗੀਆਂ ਤੇ ਵਿੱਚੋਂ ਘਾਹ ਖਾਣਗੀਆਂ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਵੀ ਸੋਨਾ ਹੈ ਕੀ ਚੀਜ਼ ਹੈ, ਉਹਦੇ ਬਾਰੇ ਉਹਨਾਂ ਨੂੰ ਗਿਆਨ ਨਹੀਂ ਹੈ, ਪਤਾ ਨਹੀਂ। ਤਾਂ ਜਿੰਨਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ, ਉਹਨਾਂ ਚਿਰ ਸਾਨੂੰ ਸਮਝ ਨਹੀਂ ਆਵੇਗੀ ਜਿੰਨਾ ਚਿਰ ਅਸੀਂ ਬਾਣੀ ਦੀ ਅਵਸਥਾ ਵਿੱਚ ਨਹੀਂ ਚਲੇ ਜਾਂਦੇ। ਉਸ ਤੋਂ ਪਹਿਲਾਂ ਜੇ ਕੋਈ
ਉਹਦੇ ਅਰਥ ਕਰੇਗਾ, ਉਹ ਵੀ ਆਪਣੇ ਅਰਥ ਵਿੱਚ ਪਾ ਦੇਵੇਗਾ। ਸੁਣਨ ਵਾਲਾ ਸੁਣਨ ਲੱਗਿਆ ਆਪਣੇ ਅਰਥ ਜੋੜ ਲਵੇਗਾ, ਉਹ ਵਿੱਚ ਹੋਰ ਤੀਜੀ ਗੱਲ ਹੁੰਦੀ ਨਹੀਂ। ਤਾਂ ਹੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਕਿਸੇ ਕਿਹਾ ਸੀ, ਕਿਉਂਕਿ ਉਹਨਾਂ ਨੇ ਵੀ 63 ਸ਼ਲੋਕ ਉਚਾਰੇ ਨੇ, ਵੀ ਸਤਿਗੁਰੂ ਤੁਸੀਂ ਇਹ ਬਾਣੀ ਦੀ ਪੋਥੀ ਤੁਹਾਨੂੰ ਤੁਹਾਡੇ ਵੱਡੇ ਸਤਿਗੁਰਾਂ ਨੇ ਦਿੱਤੀ, ਗੁਰੂ ਨਾਨਕ ਸਾਹਿਬ ਨੇ, ਹੁਣ ਤੁਸੀਂ ਵੀ ਬਾਣੀ ਰਚ ਰਹੇ ਹੋ। ਇਹ ਬਾਣੀ ਬੜੀ ਅਗਾਧ ਬੋਧ ਹੈ, ਸਮਝ ਨਹੀਂ ਆਉਂਦੀ ਆਮ ਬੰਦੇ ਦੀ, ਅੱਖਰੀ ਅਰਥ ਆ ਜਾਂਦੇ। ਤੇ ਇਹ ਜਦੋਂ ਤੁਸੀਂ ਬਾਣੀ ਉਚਾਰਨ ਤੋਂ ਬਾਅਦ ਕਈ 100 ਸਾਲ ਬਾਅਦ ਕੋਈ ਬੰਦਾ ਇਹਨੂੰ ਪੜ੍ਹੇਗਾ ਤੇ ਇਸ ਗੱਲ ਨੂੰ ਸਮਝ ਸਕੇਗਾ ਜਿਹੜੀ ਤੁਸੀਂ ਕਹਿ ਰਹੇ ਹੋ। ਹਜ਼ੂਰ ਨੇ ਕਿਹਾ ਠੀਕ ਸਮਝ ਸਕੇਗਾ, ਪਰ ਸ਼ਰਤ ਹੈ ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ, ਕਥਾ ਕਹਾਣੀ ਬੇਦੀ ਆਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ। ਗੱਲ ਸਾਫ਼ ਕਰ ਦਿੱਤੀ। ਕਹਿਣ ਲੱਗੇ ਇਹ ਬਾਣੀ ਗੁਰੂ ਸਾਹਿਬ ਜਦੋਂ ਕਿਸੇ ਬੜੀ ਉੱਚੀ ਦਸ਼ਾ ਵਿੱਚ ਗਏ ਨੇ, ਉੱਥੇ ਉਹਨਾਂ ਨੇ ਇਹਨੂੰ ਜਾਣਿਆ ਇਸ ਚੀਜ਼ ਨੂੰ, ਤੇ ਫਿਰ ਲਫ਼ਜ਼ਾਂ ਦੇ ਰਾਹੀਂ ਸਾਡੇ ਵਾਸਤੇ ਬਾਹਰ ਕਹਿ ਦਿੱਤਾ। ਹੁਣ ਸੰਸਾਰੀਆਂ ਨੂੰ ਸਮਝ ਆਵੇਗੀ ਸਾਨੂੰ। ਕਹਿਣ ਲੱਗੇ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆ ਕੇ ਨਾ ਸੇਵਾ ਸਿਮਰਨ ਕਰੇਗਾ, ਉਹਦੀ ਦਸ਼ਾ ਉੱਥੇ ਚਲੀ ਜਾਏਗੀ ਜਿੱਥੇ ਬਾਣੀ ਉਚਾਰੀ ਗਈ ਹੈ। ਅਸਲੀ ਅਰਥ ਉਹਨੂੰ ਫਿਰ ਪਤਾ ਲੱਗਣਗੇ। ਜਿਵੇਂ ਕੋਈ ਆਦਮੀ ਗੁਰੂ ਕੇ ਸਵਾਰਿਓ ਬੜੀ ਦੂਰ ਕਿਤੇ ਹਿਮਾਲਿਆ ਦੇ ਵਿੱਚ ਬਹਿ ਕੇ ਸਾਨੂੰ ਫੋਨ 'ਤੇ ਗੱਲ ਕਰਦਾ ਹੈ ਵੀ ਇੱਥੇ ਬਰਫ਼ ਪੈ ਰਹੀ ਹੈ, ਇੱਥੇ ਬੜੀ ਠੰਡ ਹੈ, ਅਸੀਂ ਇੱਥੇ ਸੁਣਦੇ ਹਾਂ, ਪਰ ਇੱਥੇ ਬਰਫ਼ ਨਹੀਂ। ਉਹ ਸੁਣਨ ਨਾਲ ਸਾਨੂੰ ਗਿਆਨ ਤੇ ਮਿਲ ਜਾਏਗਾ ਵੀ ਬਰਫ਼ ਪੈ ਰਹੀ, ਪਰ ਬਰਫ਼ ਦੀ ਸ਼ੀਤਲਤਾ ਤੇ ਉਹਦਾ ਪ੍ਰਭਾਵ ਕਦੋਂ ਪਤਾ ਲੱਗੇਗਾ? ਜਦੋਂ ਅਸੀਂ ਉੱਥੇ ਚਲੇ ਗਏ। ਉਹਦੇ ਤੋਂ ਪਹਿਲਾਂ ਯਾਦ ਹੋ ਜਾਏਗਾ, ਪਤਾ ਲੱਗ ਜਾਏਗਾ ਕਿਤੇ ਬਰਫ਼ ਪੈ ਰਹੀ, ਖਬਰਾਂ ਦਿਆਂਗੇ, ਪੱਤਰਕਾਰੀ ਹੋ ਸਕਦੀ, ਅਖਬਾਰ ਕੱਢ ਸਕਨੇ ਹਾਂ, ਪਰ ਆਪ ਮਹਿਸੂਸ ਨਹੀਂ ਕਰ ਸਕਾਂਗੇ। ਤਾਂ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਯਾਦ ਰੱਖਣਾ, ਪੜ੍ਹਨਾ ਚੰਗਾ ਹੈ, ਸੁਣਨਾ ਚੰਗਾ ਹੈ, ਬੋਲਣਾ ਠੀਕ ਹੈ, ਗਾਉਣਾ ਵੀ ਠੀਕ ਹੈ, ਪਰ ਜੇ ਅਸੀਂ ਉਸ ਥਾਂ ਤੱਕ ਜਾਣ ਦਾ ਯਤਨ ਨਾ ਕੀਤਾ ਜਾਂ ਗਏ ਨਾ, ਫਿਰ ਇਹ ਕਿਤੇ ਸ਼ਰਧਾ ਨੂੰ ਚੋਟ ਨਾ ਲੱਗੇ। ਕੇਵਲ ਪੱਤਰਕਾਰੀ, ਇਸ ਤੋਂ ਵੱਧ ਕੁਝ ਨਹੀਂ। ਇੱਕ ਥਾਂ ਤੋਂ ਖਬਰਾਂ ਇਕੱਠੀਆਂ ਕੀਤੀਆਂ, ਦੂਜੇ ਥਾਂ 'ਤੇ ਸੁਣਾ ਦਿੱਤੀਆਂ, ਚੀਜ਼ਾਂ ਨੂੰ ਐਡ ਕਰ ਲਿਆ ਦਿਮਾਗ ਵਿੱਚ, ਇਕੱਠਾ ਕਰ ਲਿਆ। ਇਕੱਠਾ ਕਰ ਕਰਕੇ ਮੂਰਖ ਤੋਂ ਮੂਰਖ ਬੰਦੇ ਕੋਲ ਗਿਆਨ ਹੈ। ਕਬੀਰ ਸਾਹਿਬ ਨੂੰ ਤਾਂ ਹੀ ਇਹ ਕਹਿਣਾ ਪਿਆ ਸੀ ਕਿ ਮਨ ਜਾਣਤ ਸਭ ਬਾਤ, ਤੇ ਉਹਨਾਂ ਨੇ ਇੱਥੇ ਇਹ ਨਹੀਂ ਲਿਖਿਆ ਵੀ ਕਿੰਨਿਆਂ ਕੁ ਨੂੰ ਪਤਾ ਹੈ ਸਾਰੀਆਂ ਗੱਲਾਂ ਦਾ, ਸਾਰਿਆਂ ਨੂੰ ਹੀ ਪਤਾ ਹੈ, ਸਭ ਗਿਆਨ ਆਉਂਦਾ। ਪਰ ਗਿਆਨ ਆਉਣ ਦਾ ਕੀ ਅਰਥ ਹੈ, ਪਤਾ ਲੱਗਣ ਦਾ ਕੀ ਅਰਥ, ਜਦੋਂ ਉੱਥੇ ਆਪਾਂ ਗਏ ਹੀ ਨਹੀਂ, ਪਹੁੰਚੇ ਨਹੀਂ। ਤਾਂ ਇਹ ਜਿਹੜਾ ਮੈਂ ਬਚਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ, ਗੁਰੂ ਨਾਨਕ ਸਾਹਿਬ ਕਹਿੰਦੇ ਕੇਵਡ ਵੱਡਾ ਡੀਠਾ ਹੋਏ, ਬੜਾ ਬੇਅੰਤ ਹੈ। ਸਾਰਿਆਂ ਨੇ ਇਕੱਠੇ ਹੋ ਕੇ ਉਹਦਾ ਅੰਤ ਪਾਉਣ ਦਾ ਯਤਨ ਕੀਤਾ। ਉਹਨਾਂ ਵਿੱਚ ਗਿਆਨੀ, ਧਿਆਨੀ, ਗੁਰ ਗੁਰ ਹਾਈ, ਸਾਰਿਆਂ ਨੇ ਮਿਲ ਕੇ ਕਹਿੰਦੇ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਕਬੀਰ ਜੀ ਦਾ ਸ਼ਬਦ ਮੈਂ ਸਾਂਝਾ ਕਰ ਰਿਹਾ ਸੀ। ਉਹ ਕਹਿੰਦੇ ਵੇਦ ਜਿਹੜੇ ਸਨ ਉਹ ਵੀ ਪੁਰਾਣੇ ਨਹੀਂ ਰਹੇ, ਉਹਨਾਂ ਦੇ ਅਰਥ ਕਹਿੰਦੇ ਹੁਣ ਨਵੇਂ ਆ ਰਹੇ ਨੇ, ਬੜੇ ਬੜੇ ਨਵੇਂ ਅਰਥ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ। ਸਾਧ ਸੰਗਤ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖੀ ਉਹਨਾਂ ਤੋਂ ਹੋਈ। ਨਹੀਂ ਤਾਂ ਮੈਂ ਇੱਕ ਗੱਲ ਸਮਝਣਾ, ਜਿੰਨੇ ਅਸੀਂ ਅਣਜਾਣ ਲੋਕ ਗੁਰੂ ਦੀ ਗੱਲ ਨੂੰ ਦੱਸਾਂਗੇ, ਓਨਾ ਖਿਲਾਰਾ ਹੋਰ ਵੱਧ ਜਾਏਗਾ। ਲੋਕਾਂ ਵਿੱਚ ਭੰਬਲ ਭੂਸੇ ਪੈਣਗੇ, ਤਕਰਾਰ ਪੈਦਾ ਹੋਣਗੇ। ਤਾਂ ਦੁਤੀਆ ਮੌਲੇ 4 ਵੇਦ ਸਿਮਰਤ ਮੌਲੀ ਸਿਉ ਕਤੇਬ। ਸਿਮਰਤੀਆਂ 27 ਉਹ ਵੀ ਨਵੀਆਂ ਖਿੜੀਆਂ ਹੋਈਆਂ, ਕਤੇਬਾਂ ਨੇ ਜਿਹੜੀਆਂ ਉਹ ਵੀ ਨਵੀਆਂ ਦਿਸਣ ਲੱਗ ਪਈਆਂ। ਸਿਮਰਤ ਮੌਲੀ ਸਿਉ ਕਤੇਬ। ਅੱਗੇ ਇੱਕ ਹੋਰ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਸ਼ੰਕਰ ਮੌਲਿਓ ਜੋਗ ਧਿਆਨ।
ਕਬੀਰ ਕੋ ਸੁਆਮੀ ਸਭ ਸਮਾਨ। ਸ਼ੰਕਰ ਕਹਿੰਦੇ ਨੇ ਮੌਤ ਦੇ ਦੇਵਤੇ ਸ਼ਿਵ ਜੀ ਨੂੰ, ਤੇ ਸ਼ਿਵ ਜੀ ਵਿਚਾਰੇ ਕਿੱਥੇ ਖਿੜੇ ਹੁੰਦੇ ਨੇ। ਉਹਨਾਂ ਨੇ ਤੇ ਜਿੱਥੇ ਉਹਨਾਂ ਦੀ ਮੂਰਤੀ ਬਣਾਈ ਹੈ ਰੰਗ ਵੀ ਸਾਂਵਲਾ ਕਰ ਦਿੱਤਾ, ਸੱਪ ਗਲ ਵਿੱਚ ਪਾ ਦਿੱਤਾ, ਹੱਥ ਵਿੱਚ ਗਲੇ ਵਿੱਚ ਹੱਡੀਆਂ ਦੀ ਮਾਲਾ। ਇਹ ਸਰੂਪ ਭਿਆਨਕ ਡਰਾਵਣਾ ਮੌਤ ਵਾਲਾ। ਕਬੀਰ ਸਾਹਿਬ ਕਹਿੰਦੇ ਨੇ ਅੱਜ ਰੱਬ ਨੇ ਕੀਤੀ ਕਿਰਪਾ, ਅੰਦਰ ਉਹਦੇ ਚਰਨਾਂ ਨਾਲ ਜੁੜ ਗਿਆ। ਕਹਿੰਦੇ ਜਿਹੜਾ ਸ਼ਿਵ ਜੀ, ਜਿਹੜਾ ਸ਼ੰਕਰ ਮੌਤ ਦਾ ਦੇਵਤਾ ਮੰਨਿਆ ਗਿਆ, ਜਿਹਦੇ ਕੋਲ ਉਦਾਸੀ ਤੇ ਦੁੱਖ ਹੀ ਲੱਗਦਾ ਸਾਨੂੰ ਸਿਰਫ, ਕਹਿੰਦੇ ਅੱਜ ਮੈਂ ਉਹਦੇ ਵੱਲ ਵੇਖਣਾ, ਉੱਥੇ ਵੀ ਫੁੱਲ ਖਿੜੇ ਹੋਏ ਨੇ, ਉੱਥੇ ਵੀ ਗਮੀ ਨਹੀਂ। ਸ਼ੰਕਰ ਮੌਲਿਓ ਜੋਗ ਧਿਆਨ, ਉਹ ਵੀ ਖੁਸ਼ ਨਜ਼ਰ ਆ ਰਿਹਾ ਹੈ, ਧਰਮ ਰਾਜਾ ਵੀ ਮੁਸਕਾ ਰਿਹਾ ਹੈ, ਮੌਤ ਵੀ ਖੁਸ਼ੀ ਦੀ ਖਬਰ ਦੇ ਰਹੀ। ਹੁਣ ਇਸ ਬੰਦੇ ਨੂੰ ਜਿਹੜਾ ਇਸ ਦਸ਼ਾ ਵਿੱਚ ਚਲਾ ਜਾਏ, ਦੱਸੋ ਕਿਹੜੀ ਚੀਜ਼ ਦੁਖੀ ਕਰੇਗੀ? ਸਭ ਤੋਂ ਅਖੀਰਲਾ ਦੁੱਖ ਤੇ ਮੌਤ ਹੀ ਹੈ ਨਾ ਬੰਦੇ ਦਾ। ਤੇ ਜਿਹਦੀ ਮੌਤ ਵੀ ਗੁਰੂ ਕੇ ਸਵਾਰੇ ਉਹ ਨਾਚ ਕਰਨ ਲੱਗ ਪਈ, ਖੁਸ਼ ਹੋ ਗਈ। ਜਿਹਦੇ ਵਾਸਤੇ ਧਰਮਰਾਜ ਜਿਹੜਾ ਉਹ ਵੀ ਖਿੜ ਗਿਆ, ਤੇ ਮੌਤ ਦੇ ਦੇਵਤੇ ਵੀ ਖੁਸ਼ ਹੋ ਗਏ, ਤੇ ਚਿੱਤਰ ਗੁਪਤ ਸਾਰੇ ਉੱਥੇ ਵੀ ਖੁਸ਼ੀਆਂ ਆ ਗਈਆਂ। ਬਾਕੀ ਗਮ ਕਿੱਥੇ ਰਹਿ ਗਿਆ? ਕਿਤੇ ਗਮ ਨਹੀਂ ਉਹਦੇ ਵਾਸਤੇ। ਤਾਂ ਇਹ ਸਾਰਾ ਕੁਝ ਕਿਵੇਂ ਹੋਇਆ? ਰੱਬ ਦੀ ਬਰਕਤ ਨਾਲ, ਕਿਰਪਾ ਦੇ ਨਾਲ, ਜੁੜਨ ਨਾਲ ਹੋਇਆ। ਇਸ ਕਰਕੇ ਇਹ ਸਾਰੀਆਂ ਜਿੰਨੀਆਂ ਪ੍ਰਾਪਤੀਆਂ ਨੇ ਨਾ, ਸਮਝਣ ਨਾਲ ਨਹੀਂ ਆਉਂਦੀਆਂ, ਜੁੜਨ ਨਾਲ ਆਉਂਦੀਆਂ ਨੇ। ਦੋ ਗੱਲਾਂ। ਸਮਝਣਾ ਸਿਰਫ ਤਾਂ ਹੈ ਵੀ ਆਪਾਂ ਜੁੜ ਸਕੀਏ। ਸਮਝ ਕੇ ਕਦੀ ਕੋਈ ਬੰਦਾ ਪਾਰ ਨਹੀਂ ਲੰਘਿਆ, ਖਿਆਲ ਰੱਖਣਾ। ਇਹ ਗੱਲ ਜ਼ਰੂਰ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ-ਵਾਰ ਬੰਦੇ ਨੂੰ ਕਿਹਾ ਵੀ ਤੂੰ ਸਮਝ ਜਾ, ਤੈਨੂੰ ਸਮਝਣਾ ਚਾਹੀਦਾ। ਅਜਹੂ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਸਮਝ ਲੈ ਤੂੰ, ਚੇਤਾ ਕਰ, ਸੁਚੇਤ ਹੋ ਜਾ। ਵਿਖੈ ਬਾਚ ਹਰ ਰਾਚ, ਸਮਝ ਮਨ ਬੌਰਾ ਰੇ। ਸਮਝਿਆ ਕਰ, ਹੋਸ਼ ਕਰ। ਪਰ ਇਹ ਥੋੜੇ ਚਿਰ ਵਾਸਤੇ ਹੈ। ਸਮਝਣਾ ਸਿਰਫ ਇਸ ਵਾਸਤੇ ਹੈ ਵੀ ਬੰਦਾ ਸਮਝਣ ਤੋਂ ਬਾਅਦ ਜੁੜੇ ਰੱਬ ਨਾਲ। ਜਦੋਂ ਜੁੜ ਗਿਆ ਫਿਰ ਸਮਝ ਪਿੱਛੇ ਰਹਿ ਜਾਏਗੀ, ਫਿਰ ਦੂਜੀ ਸਮਝ ਪੈਦਾ ਹੋਵੇਗੀ ਜਿਹਨੂੰ ਸਮਝਣਾ ਨਹੀਂ ਪੈਂਦਾ, ਜੋ ਆਪਣੇ ਆਪ ਰਹਿੰਦੀ। ਔਰ ਉਹਦੀ ਫਿਰ ਬੰਦਾ ਬਾਹਰ ਵਿਆਖਿਆ ਨਹੀਂ ਕਰ ਸਕਦਾ ਉਹ ਕਿਵੇਂ ਦੀ ਹੈ। ਉਹਨੂੰ ਸਿਰਫ ਆਪ ਜਾਣਦਾ ਹੈ। ਉਹਨੂੰ ਕਿਹਾ ਗੁਰਬਾਣੀ ਦੇ ਅੰਦਰ ਕਿ ਜਦੋਂ ਕਿਸੇ ਬੰਦੇ ਨੂੰ ਬਹੁਤੀ ਗਹਿਰੀ ਚੋਟ ਲੱਗ ਜਾਏ, ਉਹਦੀ ਉਹ ਬੋਲ ਕੇ ਦੱਸ ਨਹੀਂ ਸਕਦਾ ਕਿੱਥੇ ਹੈ, ਪਤਾ ਨਹੀਂ ਲੱਗਦਾ। ਇਹ ਇਸ ਤਰ੍ਹਾਂ ਦਾ ਇੱਕ ਰੱਬ ਦਾ ਕ੍ਰਿਸ਼ਮਾ ਤੇ ਉਹਦਾ ਪਿਆਰ ਹੈ, ਜਿਹਨੂੰ ਪਹਿਲਾਂ ਸਮਝੀਏ ਤੇ ਫਿਰ ਕਮਾਈਏ ਤਾਂ ਫਿਰ ਉਹਦੀ ਕਿਰਪਾ ਹੁੰਦੀ। ਇਸ ਲਈ ਹਜ਼ੂਰ ਨੇ ਕਿਹਾ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਹੀਂ ਠਾਕ ਰਹਾਈਆ। ਇਹ ਉਹਦੀ ਬਖਸ਼ਿਸ਼ ਨਾਲ ਮਿਲਦਾ ਹੈ। ਤੇ ਕਲਗੀਆਂ ਵਾਲੇ ਅੱਜ ਦੇ ਬਚਨ ਕਹਿ ਰਹੇ, ਕਹਿੰਦੇ ਨਿਰੁਕਤ ਸਰੂਪ ਹੈ। ਨਿਰੁਕਤ ਦਾ ਅਰਥ ਹੈ ਜਿਹਦੀ ਕਥਨਾ ਨਾ ਹੋ ਸਕੇ ਪਰ ਕਥਿਆ ਜ਼ਰੂਰ ਜਾਏ। ਇਹ ਉਹ ਚੀਜ਼ ਹੈ। ਜਿਵੇਂ ਤੁਸੀਂ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਹੈ। ਇਹ ਨਿਰੁਕਤ ਤਾਂ ਲਿਖਿਆ ਉਸ ਵਿਦਵਾਨ ਨੇ, ਪਿਆਰ ਵਿੱਚ ਲਿਖਿਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰ ਰਿਹਾ, ਪਰ ਵਿਆਖਿਆ ਹੋਈ ਨਹੀਂ ਮੇਰੇ ਤੋਂ। ਨਿਰੁਕਤ ਨਾਮ ਤਾਂ ਦਿੱਤਾ ਉਸ ਪੁਸਤਕ ਨੂੰ। ਕਲਗੀਆਂ ਵਾਲੇ ਕਹਿੰਦੇ ਤੇਰਾ ਸਰੂਪ ਨਿਰੁਕਤ ਹੈ। ਮੈਂ ਕਹਿਣਾ ਵਾਂ, ਕਹਿ ਕੇ ਸੋਚਣਾ ਵੀ ਹੁਣ ਕਦੀ ਵੀ ਗੁਰੂ ਸਾਹਿਬ ਨੇ ਜਦੋਂ ਕੋਈ ਬਾਣੀ ਸ਼ੁਰੂ ਕੀਤੀ ਹੈ, ਪਹਿਲਾਂ ਨਹੀਂ ਸੀ ਮਿਥਿਆ ਵੀ ਕਿੰਨੇ ਛੰਦ ਬਣਾਉਣੇ ਨੇ, ਨਹੀਂ ਮਿਥਿਆ। ਜਿੱਥੇ ਕਰਕੇ ਮਨ ਟਿਕ ਗਿਆ ਵੀ ਹੁਣ ਬਹੁਤ ਹੋ ਗਿਆ ਵੀ ਕਿਹਾ ਤੇ ਜਾਣਾ ਨਹੀਂ, ਉੱਥੇ ਕਹਿ ਦਿੱਤਾ ਜੀ 38 ਪੌੜੀਆਂ ਜਪਜੀ ਸਾਹਿਬ, 199 ਛੰਦ ਹੋ ਗਏ ਜਾਪ ਸਾਹਿਬ ਦੇ। ਉੱਥੇ ਕਰਕੇ ਰੋਕ ਦਿੱਤਾ ਸਭ ਕੁਝ ਵੀ ਹੁਣ ਹੋਰ ਕੀ ਕਹਿਣਾ। ਕਹਿ ਕੇ ਬਹੁਤ ਕਹਿ ਦਿੱਤਾ ਵੀ ਅਜੇ ਉਸੇ ਤਰ੍ਹਾਂ ਹੀ ਉਹ ਤੇ ਕੋਈ ਫਰਕ ਨਹੀਂ ਪਿਆ। ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜੋ ਕੁਝ ਲਿਖਿਆ ਗਿਆ ਹੈ, ਗਿਆਨ ਵੰਡਣ ਵਾਸਤੇ ਨਹੀਂ ਸੀ ਲਿਖਿਆ ਗਿਆ, ਇਬਾਦਤ ਵਿੱਚ ਲਿਖਿਆ ਗਿਆ। ਬਾਅਦ ਵਿੱਚ ਅਸੀਂ ਉਹਨੂੰ ਬਾਅਦ ਵਿੱਚ ਸਾਡੀ ਵਰਤੋਂ ਵਿੱਚ ਆ ਗਏ। ਜਿਹੜੀ ਇੱਥੋਂ ਦੀ ਕਥਾ ਕੀਰਤਨ ਹੈ, ਇਹ ਵੀ ਉਹਦਾ ਹੀ ਹਿੱਸਾ ਹੈ। ਕੋਈ ਸੁਣੇ
कोई ना सुने, कोई जाने, कोई ना जाने। एक बंदगी है, एक इबादत है जो अपने काम आ सकती, तो ਜਿਹੜਾ ਇਹਨੂੰ ਅਖਤਿਆਰ ਕਰੇਗਾ ਉਹਦੇ ਵੀ ਆ ਸਕਦੀ ਹੈ। ਹਜ਼ੂਰ ਨੇ ਸਰੂਪ ਬਿਆਨ ਕੀਤਾ। ਫਿਰ ਅੱਗੇ ਬਚਨ ਕੀਤੇ, ਕਹਿੰਦੇ ਤ੍ਰੇ ਮੁਕਤ ਬੇਭੂਤ ਹੈ। ਵਿਭੂਤੀ ਦਾ ਅਰਥ ਹੁੰਦਾ ਸ਼ਕਤੀ। ਤ੍ਰੇ ਮੁਕਤ, ਤ੍ਰੇ ਦਾ ਅਰਥ ਹੈ ਤੱਤੇ ਨੂੰ ਸਿਆਰੀ, ਤ੍ਰੇ ਬੋਲਣਾ ਇਹਨੂੰ, ਇਹਨੂੰ ਤਿਰ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਆਪਾਂ ਤ੍ਰੇ ਨੂੰ ਤਿਰ ਕਹਿ ਦਿੰਦੇ, ਵੈਸੇ ਇਹਦੇ ਬਾਰੇ ਅਸੀਂ ਸੁਚੇਤ ਨਹੀਂ। ਕਈ ਵਾਰੀ ਸੁਖਮਣੀ ਸਾਹਿਬ ਦਾ ਇੱਥੇ ਪਾਠ ਸੁਣਨਾ ਬਾਹਰ ਸਪੀਕਰ ਵਿੱਚ, ਇੱਕ ਵਾਰੀ ਪਹਿਲਾਂ ਵੀ ਕਿਹਾ ਸੀ, ਪਰ ਘੱਟੋ ਘੱਟ ਜਿਹਨੇ ਮਾਇਕ ਤੇ ਬੋਲਣਾ ਹੈ ਉਹਨੂੰ ਸੰਥਿਆ ਕਰਨੀ ਚਾਹੀਦੀ। ਸਰਲ ਪਾਠ ਹੈ, ਤੁਸੀਂ ਪੜ੍ਹੋਗੇ ਇੱਕ ਅਸ਼ਟਪਦੀ ਆਉਂਦੀ। ਮੈਂ ਕਈ ਵਾਰੀ ਕਿਹਾ ਵੀ ਹੈ ਬਈ ਇਹ ਸ਼ਬਦ ਜੈ ਪ੍ਰਸਾਦ ਨਹੀਂ ਹੈ। ਜੈ ਪ੍ਰਸਾਦ 36 ਅੰਮ੍ਰਿਤ ਖਾਹੇ ਨਹੀਂ ਲਿਖਿਆ ਹੋਇਆ। ਉੱਥੇ ਲਿਖਿਆ ਜਿਹੇ ਪ੍ਰਸਾਦ, ਜੱਜੇ ਨੂੰ ਸਿਹਾਰੀਏ ਤੇ ਹਾਹਾ ਲੱਗਾ ਹੋਇਆ ਹੈ, ਉਹਨੂੰ ਬੋਲਣਾ ਜਿਹੇ। ਪਰ ਜਦੋਂ ਪੜ੍ਹਿਆ ਜਾਂਦਾ ਉਹ ਉਚਾਰਨ ਹੁੰਦਾ ਜੈ ਪ੍ਰਸਾਦ। ਉਹ ਆਪਾਂ ਕੀ ਕਰ ਦਿੱਤਾ, ਜੱਜੇ ਦੇ ਉੱਤੇ ਦੁਲਾਵਾਂ ਤੇ ਉਹਨੂੰ ਬਿੰਦੀ ਲਾ ਦਿੱਤੀ। ਕਿੰਨਾ ਅਸ਼ੁੱਧ ਹੈ। ਫਿਰ ਕਈ ਸਾਲਾਂ ਤੋਂ ਪੜ੍ਹਨੇ ਆ, ਸਾਨੂੰ ਉਹਨੂੰ ਥੋੜ੍ਹਾ ਜਿਹਾ ਸੁਚੇਤ ਹੋ ਕੇ ਪੜ੍ਹਨਾ ਚਾਹੀਦਾ। ਇੰਨੀ ਮਿਹਨਤ ਵੀ ਕੀਤੀ। ਚਲੋ ਗੁਰੂ ਦੇ ਅੱਗੇ ਤੇ ਪਿਆਰ ਹੀ ਪ੍ਰਵਾਨ ਹੈ, ਕੋਈ ਐਸੀ ਸ਼ੱਕ ਵਾਲੀ ਗੱਲ ਨਹੀਂ। ਪਿਆਰ ਹੋਵੇ ਤਾਂ, ਪਰ ਜਿਹੜੀ ਚੀਜ਼ ਅਸੀਂ ਕਰ ਸਕਨੇ ਆ ਉਹਨੂੰ ਤਰੀਕੇ ਵਿੱਚ ਲਿਆਉਣਾ ਮਾੜੀ ਗੱਲ ਨਹੀਂ, ਉਹਨੂੰ ਲਿਆਉਣਾ ਚਾਹੀਦਾ ਹੈ, ਤਾਂ ਕਿ ਆਉਣ ਵਾਲੇ ਜਿਹੜੇ ਅੱਗੋਂ ਨੇ ਉਹ ਵੀ ਸੁਣ ਕੇ ਸੁਚੇਤ ਉਸ ਤਰ੍ਹਾਂ ਦੀ ਉਹਨਾਂ ਦੀ ਰਸਨਾ 'ਤੇ ਚੜ੍ਹੇਗਾ ਬੱਚਿਆਂ ਦੀ। ਨਹੀਂ ਤਾਂ ਉਹਨਾਂ ਦੇ ਕੰਨਾਂ ਵਿੱਚ ਵਾਰ-ਵਾਰ ਉਹ ਗਲਤ ਉਚਾਰਨ ਜਾਣਗੇ, ਉੱਥੇ ਵੀ ਉਹ ਪੱਕਾ ਹੋ ਜਾਏਗਾ। ਤਾਂ ਉੱਥੇ ਅਸ਼ਟਪਦੀ ਦੇ ਵਿੱਚ ਜਹ ਪ੍ਰਸਾਦ ਨਹੀਂ ਹੈ, ਉੱਥੇ ਜਿਹੇ ਪ੍ਰਸਾਦ ਹੈ। ਇੱਥੇ ਇਹ ਤ੍ਰੇ ਮੁਕਤ, ਤੱਤੇ ਨੂੰ ਸਿਹਾਰੀ ਲੱਗੀ ਏ, ਤੇ ਜਿਹੜਾ ਰਾਰਾ ਲੱਗਾ ਪੈਰ ਵਿੱਚ ਤੱਤੇ ਦੇ, ਉਹ ਤੱਤੇ ਨਾਲ ਨਹੀਂ ਜੁੜਿਆ, ਉਹ ਸਿਹਾਰੀ ਨਾਲ ਜੁੜਿਆ। ਤ੍ਰੇ, ਤ੍ਰੇ ਮੁਕਤ, ਮੁਕਤ ਦਾ ਅਰਥ ਹੈ ਛੁੱਟਿਆ ਹੋਇਆ। ਤ੍ਰੇ ਦਾ ਅਰਥ ਹੈ ਤਿੰਨ, ਤਿੰਨ ਦਾ ਅਰਥ ਹੈ ਤਿੰਨ ਪ੍ਰਕਾਰ ਦੀ ਮਾਇਆ, ਜਾਂ ਤਿੰਨ ਪ੍ਰਕਾਰ ਦੇ ਤਾਪ ਵੀ ਮੰਨੇ ਨੇ। ਤਿੰਨ ਤਾਪ, ਆਦਿ ਵਿਆਦ ਤੇ ਉਪਾਦ। ਤਿੰਨ ਪ੍ਰਕਾਰ ਦੀ, ਉਹਦਾ ਤਿੰਨ ਪ੍ਰਕਾਰ ਦਾ ਸੁਭਾਅ ਸੰਸਾਰ ਦੀ ਮਾਇਆ ਦਾ ਵੀ ਮੰਨਿਆ ਗਿਆ, ਰਜੋ, ਤਮੋ ਤੇ ਸਤੋ। ਇੱਥੇ ਅਰਥ ਇਉਂ ਲੱਗਦੇ ਪਾਸਦੇ ਨੇ ਵੀ ਇਹ ਤਿੰਨ ਪ੍ਰਕਾਰ ਦੇ ਮਾਇਆ ਦੇ ਸੁਭਾਅ ਦੀ ਸ਼ਕਤੀ ਨੂੰ ਬਿਆਨਿਆ ਗਿਆ, ਕਿਉਂਕਿ ਅੱਗੇ ਸ਼ਬਦ ਆ ਗਿਆ ਵਿਭੂਤ। ਜੇ ਤਾਪ ਹੁੰਦੇ ਤੇ ਫਿਰ ਇਹਦਾ ਅੱਗੇ ਇਹ ਭਾਵ ਹੋਣਾ ਸੀ ਵੀ ਰੱਬ ਤਿੰਨ ਤਾਪਾਂ ਤੋਂ ਛੁੱਟਿਆ ਹੋਇਆ ਹੈ, ਉਹਦੇ ਉੱਤੇ ਤਿੰਨ ਤਾਪਾਂ ਦਾ ਕੋਈ ਅਸਰ ਨਹੀਂ, ਆਦਿ ਵਿਆਦ ਦਾ। ਪਰ ਇੱਥੇ ਜਦੋਂ ਵਿਭੂਤ ਹੈ ਦਾ ਅਰਥ ਸ਼ਬਦ ਆਇਆ ਤਾਂ ਉਹਦੇ ਅਰਥ ਬਣ ਗਏ ਬਈ ਉਹ ਤਿੰਨ ਸੁਭਾਵਾਂ ਤੋਂ ਉਹਦੀ ਸ਼ਕਤੀ ਮੁਕਤ ਹੈ। ਸ਼ਕਤੀ ਤਿੰਨ ਪ੍ਰਕਾਰ ਦੀ ਏ। ਰਾਜਸੀ ਸ਼ਕਤੀ ਆਉਂਦੀ ਰਜੋ ਗੁਣ ਵਿੱਚੋਂ। ਰਜੋ ਦਾ ਅਰਥ ਹੈ ਦੂਜੇ ਨੂੰ ਆਪਣੇ ਥੱਲੇ ਰੱਖਣਾ, ਬੰਨ੍ਹ ਕੇ ਰੱਖਣਾ। ਰਜੋ ਦਾ ਅਰਥ ਹੁੰਦਾ ਰੱਸੀ। ਤਮੋ ਦਾ ਅਰਥ ਹੈ ਤਾਮਸੀ ਸ਼ਕਤੀ, ਖਾਣਾ ਪੀਣਾ, ਖੁਰਾਕ ਚੰਗੀ ਖਾਣੀ ਤੇ ਸਰੀਰ ਦੀ ਤਾਕਤ ਰੱਖਣੀ, ਜਾਂ ਤਮਾ ਰੱਖਣਾ ਸੰਸਾਰ ਦਾ, ਮਾਇਆ ਦਾ, ਉਹ ਵੀ ਇੱਕ ਸ਼ਕਤੀ ਹੈ। ਸਤੋ ਗੁਣ, ਸਾਤਕੀ ਇੱਕ ਧਾਰਮਿਕ ਬੰਦੇ ਦਾ ਵੈਸੇ ਗੁਣ ਹੈ, ਸਮਾਜਵਾਦੀ ਬੰਦੇ ਦਾ ਗੁਣ ਹੈ ਵੀ ਉਹ ਸਮਾਜ ਨੂੰ ਨਾਲ ਰੱਖਦਾ ਹੈ ਤੇ ਲੋਕ ਉਹਦੇ ਪਿੱਛੇ ਤੁਰਦੇ ਨੇ ਕੋਈ ਵੀ ਸਮਾਜਿਕ ਕੰਮ ਕਰਨਾ ਹੋਵੇ। ਜਾਂ ਉਹ ਧਾਰਮਿਕ ਹੋ ਕੇ ਕਿਸੇ ਆਪਣੇ ਸੇਵਾ ਕਰਦਾ ਹੈ ਜਾਂ ਕਿਸੇ ਜਪ ਨੂੰ ਕਰਦਾ ਤੇ ਉਹਦੇ ਅੰਦਰ ਕੋਈ ਨਾ ਕੋਈ ਸ਼ਕਤੀ ਆ ਜਾਂਦੀ ਹੈ। ਇਹ ਤਿੰਨ ਪ੍ਰਕਾਰ ਦੀਆਂ ਸ਼ਕਤੀਆਂ ਨੇ। ਹਜ਼ੂਰ ਕਹਿੰਦੇ ਇਹ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਕੋਲ ਜਿਹੜੀ ਸ਼ਕਤੀ ਉਹ ਨਾ ਰਾਜਸੀ ਹੈ, ਨਾ ਤਾਮਸੀ ਹੈ ਤੇ ਨਾ ਸਾਤਕੀ ਹੈ। ਤੁਹਾਡੀ ਸ਼ਕਤੀ ਤੁਹਾਡੇ ਵਿੱਚੋਂ ਹੀ ਪੈਦਾ ਹੋ ਰਹੀ ਹੈ ਆਪਣੇ ਆਪ, ਨਿਰਯਤਨ। ਇਸ ਕਰਕੇ ਤੁਸੀਂ ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ। ਪ੍ਰਭਾ, ਪ੍ਰਭਾ ਦਾ ਅਰਥ ਹੈ ਸੁੰਦਰਤਾ। ਪ੍ਰਭੁਗਤ, ਭੁਗਤ ਦਾ ਅਰਥ ਹੈ ਭੋਗਣਾ। ਇਹ ਜਿੰਨੀ ਭੁਗਤ ਹੈ
ਜਿੰਨਾ ਪਦਾਰਥ ਹੈ, ਜਿੰਨੀ ਸੁੰਦਰਤਾ ਹੈ ਸੰਸਾਰ ਵਿੱਚ ਤੂੰ ਬਣਾਈ ਹੈ, ਇਸ ਸਾਰੀ ਨੂੰ ਬਣਾ ਕੇ ਇਹਦੇ ਵਿੱਚ ਬਹਿ ਕੇ ਸਾਰੀ ਦਾ ਤੂੰ ਆਪ ਹੀ ਭੋਗ ਕਰ ਰਿਹਾ ਹੈ। ਇਹਦੇ ਵਿੱਚ ਰਹਿ ਕੇ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ ਹੈ। ਭਾਵ ਇਹ ਜੋ ਕੁਝ ਸਾਰਾ ਦਿਸ ਰਿਹਾ ਹੈ, ਇਹਨਾਂ ਸਾਰਿਆਂ ਦੇ ਵਿੱਚ ਬੈਠ ਕੇ ਇੱਕ ਭਰਮ ਭੁਲੇਖਾ ਤੂੰ ਜ਼ਰੂਰ ਪਾ ਦਿੱਤਾ ਵੀ ਇਹ ਫਲਾਣਾ ਸਿੰਘ ਹੈ, ਫਲਾਣਾ। ਉਹ ਸੋਚਦਾ ਮੈਂ ਭੋਗ ਰਿਹਾ, ਪਰ ਨਹੀਂ, ਉਹ ਪਰਦਾ ਜਿਹਾ ਕਰ ਦਿੱਤਾ। ਉਹ ਸੋਚਦਾ ਰਹਿੰਦਾ ਮੈਂ ਨਹੀਂ, ਉਹਦੇ ਵਿੱਚ ਮੰਨਣ ਵਾਲਾ ਬੰਦਾ ਹੈ ਹੀ ਨਹੀਂ। ਸਿਰਫ ਉਹਨੂੰ ਅਹਿਸਾਸ ਹੀ ਕਰਵਾਇਆ ਇੱਕ ਝੂਠ ਦਾ, ਭਰਮ ਪਾਇਆ ਗਿਆ ਵੀ ਮੈਂ ਖਾ ਰਿਹਾ, ਮੈਂ ਵੇਖ ਰਿਹਾ, ਮੈਂ ਸੁਣ ਰਿਹਾ, ਪਰ ਅਸਲ ਵਿੱਚ ਨਹੀਂ। ਕਿਉਂਕਿ ਜਿੱਦਣ ਵਿੱਚੋਂ ਉਹ ਮਾਈਨਸ ਹੋ ਗਿਆ, ਬਾਹਰ ਹੋ ਗਿਆ, ਨਾ ਇਸ ਫਲਾਣੇ ਸਿੰਘ ਨੇ ਸੁਣਨਾ ਹੈ, ਨਾ ਵੇਖਣਾ ਹੈ, ਨਾ ਕੁਝ ਖਾਣਾ ਹੈ। ਜੇ ਇਹਦੇ ਵੱਸ ਹੁੰਦਾ ਖਾਣਾ ਪੀਣਾ, ਤੇ ਵਿੱਚੋਂ ਜਦੋਂ ਅੰਦਰਲਾ ਬਾਹਰ ਨਿਕਲ ਗਿਆ, ਸਮਾਪਤੀ ਹੋ ਗਈ, ਸਰੀਰ ਖਾਂਦਾ ਹੁੰਦਾ ਤੇ ਉਦੋਂ ਵੀ ਉੱਠ ਕੇ ਖਾ ਲੈਂਦਾ। ਨਹੀਂ, ਉਹ ਆਪ ਹੀ ਕਹਿੰਦੇ ਸਾਰੇ ਸੰਸਾਰ ਦੀ ਸੁੰਦਰਤਾ ਨੂੰ ਭੋਗ ਰਿਹਾ ਹੈ। ਫਿਰ ਕਹਿੰਦੇ ਸੋ ਜੁਗਤ ਸੁਦਾ ਹੈ। ਸੋ ਜੁਗਤ, ਜਿਸ ਚੀਜ਼ ਦੇ ਅੱਗੇ ਸੱਸਾ ਸ਼ਬਦ ਆ ਜਾਏ ਉਹਦਾ ਅਰਥ ਹੁੰਦਾ ਸੋਹਣਾ ਜਾਂ ਚੰਗੀ ਤਰ੍ਹਾਂ। ਸੋ ਜੁਗਤ ਸੁਦਾ ਕਹਿੰਦੇ ਨੇ ਅੰਮ੍ਰਿਤ ਨੂੰ। ਤੂੰ ਇੱਕ ਅਤ ਸੁੰਦਰ ਅੰਮ੍ਰਿਤ ਵਰਗਾ ਮਿੱਠਾ ਹੈ। ਸੁਦਾ ਦਾ ਅਰਥ ਸ੍ਰੀ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਦਾ ਪਹਿਲਾ ਜਿਹੜਾ ਨਾਮ ਹੈ ਉਹ ਸੁਦਾਸਰ ਸੀ। ਬਾਅਦ ਵਿੱਚ ਉਹਦੀ ਅਰਥ ਕਰਕੇ ਅੰਮ੍ਰਿਤਸਰ ਸਾਹਿਬ ਰੱਖਿਆ ਗਿਆ। ਇਹਨੂੰ ਕਹਿੰਦੇ ਸੁਦਾ। ਤੂੰ ਇੱਕ ਐਸਾ ਰਸ ਹੈ, ਮਿੱਠਾ ਹੈ, ਪਰ ਤੂੰ ਜੁਗਤ ਵਿੱਚ ਇਹ ਸਭ ਮਿਠਾਸ ਤੇਰੀ ਹੈ। ਫਿਰ ਕਹਿੰਦੇ ਸदैवं ਸਰੂਪ ਹੈ। ਤੇਰਾ ਸਵਰੂਪ ਸਦਾ ਹੀ ਕਾਇਮ ਰਹਿੰਦਾ, ਉਸ ਦਾ ਕਦੀ ਅੰਤ ਨਹੀਂ ਹੁੰਦਾ। ਕਹਿੰਦੇ ਅਭੇਦੀ ਅਨੂਪ ਹੈ। ਉਪਮਾ ਤੇਰੀ ਹੋ ਨਹੀਂ ਸਕਦੀ, ਭੇਦ ਕਦੀ ਕਿਸੇ ਨੂੰ ਲੱਭਿਆ ਨਹੀਂ। ਕੋਈ ਤੇਰੇ ਅੰਦਰ ਨੂੰ ਜਾਣਦਾ ਨਹੀਂ। ਜਿਨ੍ਹਾਂ ਨੇ ਤੈਨੂੰ ਜਪਿਆ ਉਹ ਵੀ ਤੈਨੂੰ ਵਾਰ-ਵਾਰ ਨੇਤ ਨੇਤ ਬਣ ਤ੍ਰਿਣ ਕਹਿਤ ਝੁਕੀ ਜਾ ਰਹੇ ਨੇ, ਨਮਸਕਾਰ ਕਰੀ ਜਾ ਰਹੇ ਨੇ। ਉਪਮਾ ਤੋਂ ਰਹਿਤ ਹੈ। ਫਿਰ ਕਹਿੰਦੇ ਸਮਸਤੋ ਪਰਾਜ ਹੈ। ਪਰਾਜ ਦੇ ਅਰਥ ਪਰਾਜਿਤ ਕਰਨਾ, ਹਰਾ ਦੇਣਾ। ਕਦੀ ਤੇਰੇ ਤੋਂ ਕੋਈ ਜਿੱਤਿਆ ਨਹੀਂ। ਵੱਡੇ ਵੱਡੇ ਇੱਥੇ ਸੂਰਮੇ ਆਏ ਨੇ, ਸਾਹਿਬ ਨੇ ਗਿਣ ਵੀ ਦਿੱਤੇ। ਕਹਿੰਦੇ ਵੀਰ ਅਪਾਰ ਬੜੇ ਬਰਿਆਰ, ਵਿਚਾਰੈ ਸਾਰ ਕੀ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਇਹ ਸਾਰੇ ਸੂਰਮੇ ਵੀਰ ਅਪਾਰ, ਬੜੇ ਬੜੇ ਵੱਡੇ ਸੂਰਮੇ, ਵੱਡੇ ਬਰਿਆਰ। ਬੜੇ ਬਰ ਦਾ ਅਰਥ ਹੁੰਦਾ ਸ਼ਕਤੀ ਵਾਲੇ। ਅਵਿਚਾਰਾਂ ਦਾ ਮਤਲਬ ਉਹਨਾਂ ਨੂੰ ਕਦੀ ਵਿਚਾਰ ਹੀ ਨਹੀਂ ਆਉਂਦੇ ਵੀ ਸਾਡੇ ਉੱਤੇ ਕੋਈ ਫਤਿਹ ਪਾ ਜਾਏਗਾ। ਅਨਵਿਚਾਰ ਰਹਿੰਦੇ ਨੇ, ਸੋਚ ਹੀ ਨਹੀਂ ਆਉਂਦੀ ਉਹਨਾਂ ਵਿੱਚ, ਪਰਵਾਹ ਹੀ ਨਹੀਂ ਕਰਦੇ। ਤੇ ਸਾਰ ਕੀ ਧਾਰ ਪਛਈਆ, ਕਹਿੰਦੇ ਉਹਨਾਂ ਦੇ ਵਿੱਚ ਇੰਨੀ ਚੜ੍ਹਦੀ ਕਲਾ ਰਹਿੰਦੀ ਵੀ ਉਹ ਇਉਂ ਸੋਚਦੇ ਨੇ ਵੀ ਜੇ ਸਾਰ ਦਾ ਸ਼ਸਤਰ ਸਾਹਮਣੇ ਆ ਗਿਆ ਨਾ, ਸਾਨੂੰ ਵੱਜਣ ਲੱਗਾ, ਉਹ ਨਹੀਂ ਸਾਨੂੰ ਕੱਟ ਸਕੇਗਾ, ਅਸੀਂ ਉਹਨੂੰ ਕੱਟ ਦਿਆਂਗੇ। ਅਵਿਚਾਰੈ ਸਾਰ ਕੀ ਧਾਰ ਪਛਈਆ। ਤੋਰਤ ਦੇਸ, ਕਈ ਦੇਸ਼ ਜਿਨ੍ਹਾਂ ਨੇ ਤੋੜ ਦਿੱਤੇ। ਮਲਿੰਦ ਮਵਾਸਨ, ਮਵਾਸਨ ਕਹਿੰਦੇ ਨੇ ਮਵਾਸੀ, ਕਿਲੇ ਦੇ ਵਿੱਚ ਬੈਠਾ ਹੋਇਆ ਆਕੀ। ਉਹਨਾਂ ਨੂੰ ਮਲਿੰਦ ਦਾ ਅਰਥ ਮਲ ਦਿੱਤਾ ਉਹਨਾਂ ਨੇ, ਮਲਿੰਦ ਮਵਾਸਨ। ਤੋਰ ਅਰੀਨ, ਮਰੋਰ ਮਵਾਸਨ, ਇਹ ਸਾਰੇ ਮਲ ਕੇ ਰੱਖ ਦਿੱਤੇ। ਇੰਨੇ ਵੱਡੇ ਵੀ ਅਖੀਰ ਨੂੰ ਤੇਰੇ ਕਾਲ ਚੱਕਰ ਦੇ ਅੱਗੇ ਹਾਰ ਗਏ। ਵੱਡੇ ਵੱਡੇ ਜਿਨ੍ਹਾਂ ਦੀ ਸ਼ਕਤੀ ਦਾ ਕੋਈ ਅੰਤ ਨਹੀਂ ਸੀ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਇੱਕ ਦਿਨ ਬਾਹਰ ਸੈਰ ਕਰਨ ਨਿਕਲਿਆ, ਬੜਿਆਂ ਦੇ ਨਾਂ ਚੱਲੇ ਨੇ ਇੱਥੇ, ਬੜੇ ਝੰਡੇ ਝੁੱਲੇ ਨੇ, ਬੜੀਆਂ ਅੱਗੇ ਪਿੱਛੇ ਲੋਕ ਦੌੜਦੇ ਵੇਖੇ ਨੇ। ਬਾਹਰ ਨਿਕਲਿਆ, ਕਹਿੰਦੇ ਅੱਜ ਮੈਂ ਬੜੀ ਅਜੀਬ ਇੱਕ ਗੱਲ ਵੇਖੀ। ਕਹਿੰਦੇ ਜ਼ਮੀਨ ਤੇ ਅਸਮਾਨ ਗੱਲਾਂ ਕਰ ਰਹੇ ਸਨ। ਅਲੰਕਾਰ ਦਿੱਤਾ ਹੈ, ਸੱਚ ਕਿਹਾ ਹੈ।
ਅਸਮਾਨ ਵੱਲੋਂ ਆਵਾਜ਼ ਆ ਰਹੀ ਸੀ, ਜ਼ਮੀਨ ਨੂੰ ਪੁੱਛ ਰਿਹਾ ਸੀ ਵੀ ਮੈਂ ਉੱਪਰੋਂ ਬੜੇ ਲੋਕਾਂ ਨੂੰ ਵੇਖਿਆ ਜਿਨ੍ਹਾਂ ਦੇ ਝੰਡੇ ਬੜੇ ਝੁੱਲਦੇ ਸਨ, ਬੜੇ ਇਕੱਠ ਹੁੰਦੇ ਸਨ ਜਿਨ੍ਹਾਂ ਦੇ ਪਿੱਛੇ, ਕਿੱਧਰ ਗਏ ਨੇ? ਜ਼ਮੀਨ ਨੇ ਆਵਾਜ਼ ਦਿੱਤੀ, ਕਹਿਣ ਲੱਗੀ ਚੰਗੀ ਤਰ੍ਹਾਂ ਤੂੰ ਝਾਤੀ ਮਾਰ ਕੇ ਵੇਖ, ਆ ਸਾਰੇ ਮੇਰੀ ਗੋਦ ਵਿੱਚ ਸੁੱਤੇ ਪਏ ਨੇ। ਸਭ ਸੌਂ ਗਏ ਅਖੀਰ ਨੂੰ ਇਸ ਧਰਤੀ ਦੇ ਅੰਦਰ। ਕਈਆਂ ਨੂੰ ਫੂਕ ਦਿੱਤਾ, ਉਹ ਮਿੱਟੀ ਬਣ ਗਏ, ਤੇ ਕਈਆਂ ਦੀਆਂ ਹੱਡੀਆਂ ਬਚਾ ਕੇ ਰੱਖੀਆਂ, ਕਹਿੰਦੇ ਉਹ ਵੈਸੇ ਅੰਦਰ ਇੱਟ ਦਾ ਸਿਰਹਾਣਾ ਲਾ ਕੇ ਪਏ ਨੇ, ਕੋਈ ਪੁੱਛਦਾ ਨਹੀਂ। ਬਸ ਪਿਛਲੇ ਦਿਨ ਆ ਕੇ ਦਬਾ ਕੇ ਚਲੇ ਗਏ। ਇੱਕ ਦਿਨ ਹੋਇਆ ਰਾਮ ਰੌਲਾ ਜਿਹਾ, 2-4 ਦਿਨ ਪਰਤ ਕੇ ਕਹਿੰਦੇ ਇੱਧਰ ਕੋਈ ਵੜਦਾ ਹੀ ਨਹੀਂ, ਬਸ ਉਹ ਹੀ ਆਉਂਦਾ ਜਿਹਦੇ ਪ੍ਰਾਣ ਨਿਕਲ ਜਾਂਦੇ ਨੇ, ਬਾਕੀ ਕੋਈ ਨਹੀਂ ਆਉਂਦਾ ਇੱਧਰ। ਇਸ ਤਰ੍ਹਾਂ ਦੀ ਇੱਥੇ ਹਾਲਤ ਹੈ। ਜਿਵੇਂ ਪੁੱਛੈ ਅਸਮਾਨ ਫਰੀਦਾ, ਖੇਵਟ ਕਿਨ ਗਏ। ਖੇਵਟ ਕਹਿੰਦੇ ਨੇ ਵੱਡੇ ਲੋਕਾਂ ਨੂੰ ਜਿਹੜੇ ਅੱਗੇ ਤੁਰਦੇ ਨੇ। ਜਾਲਣ ਗੋਰਾਂ ਨਾਲ ਸਰੀਰ ਤੇ ਉਹਨਾਂ ਦੇ ਕਬਰਾਂ ਵਿੱਚ ਸੜਦੇ ਨੇ ਪਏ। ਉਲਾਮੇ ਜੀ ਸਹੇ, ਤੇ ਜਿੰਦ ਉਹਨਾਂ ਦੀ ਰੱਬ ਦੇ ਉਲਾਮੇ ਸਹਿ ਰਹੀ ਹੈ। ਉਲਾਮੇ ਤਾਂ ਸਹਿ ਰਹੀ ਵੀ ਇਸ ਧਰਤੀ ਤੇ ਆ ਕੇ ਜਿਸ ਕਾਰਜ ਖੇਤਰ ਵਿੱਚ ਵਿਚਰਨ ਵਾਸਤੇ ਰੱਬ ਨੇ ਬਣਾਇਆ ਸੀ ਮਨੁੱਖੀ ਜਾਮਾ, ਕਦੀ ਨਹੀਂ ਪਸ਼ੂਆਂ ਨੂੰ ਉਲਾਮੇ ਮਿਲਣਗੇ, ਕਦੇ ਨਹੀਂ ਪੰਛੀਆਂ, ਕਿਸੇ ਜੂਨ ਨੂੰ ਨਹੀਂ ਮਿਲਦੇ। ਸੱਚ ਜਾਣੋ, ਇਸ ਧਰਤੀ ਤੇ 84 ਲੱਖ ਜੂਨਾਂ ਵਿੱਚ ਦੁੱਖ ਹੈ ਤੇ ਸਿਰਫ ਬੰਦੇ ਨੂੰ, ਹੋਰ ਕਿਸੇ ਜੂਨ ਵਿੱਚ ਨਹੀਂ। ਕਿਉਂਕਿ ਦੂਜੀ ਸਾਰੀਆਂ ਜੂਨਾਂ ਧਾਰਮਿਕ ਨੇ। ਤੁਸੀਂ ਹੈਰਾਨ ਹੋਵੋਗੇ, ਸਭ ਧਰਮ ਦੇ ਅੰਦਰ ਨੇ। ਧਰਮ ਦੇ ਅਰਥ ਤੇ ਇੱਥੇ ਠੀਕ ਕੀਤੇ ਨਹੀਂ ਗਏ ਬਹੁਤੀ ਵਾਰੀ, ਤਾਂ ਹੀ ਤੇ ਭੁਲੇਖੇ ਪੈ ਗਏ, ਲੋਕ ਨਾਸਤਿਕ ਹੋ ਗਏ। ਧਰਮ ਕੀ ਹੈ? ਧਰਮ ਦੇ ਅਰਥ ਗਲਤ ਕਰ ਦਿੱਤੇ ਗਏ। ਧਰਮ ਸੀ ਜੁੜਨ ਦੀ ਇੱਕ ਪ੍ਰਕਿਰਿਆ। ਆਹ ਤੇ ਉਹਦੇ ਬਾਹਰਲੇ ਹਿੱਸੇ ਸਨ ਵੀ ਕਿਸੇ ਨੇ 5 ਕਕਾਰ ਪਾ ਲਏ, ਕਿਸੇ ਨੇ ਜਨੇਊ ਪਾ ਲਿਆ, ਕਿਸੇ ਨੇ ਸੁੰਨਤ ਪਾ ਲਈ। ਬਸ ਅਸੀਂ ਇਹਨੂੰ ਕਹਿ ਦਿੱਤਾ ਵੀ ਇੱਥੋਂ ਤੱਕ ਸੀਮਤ। ਇਹ ਧਰਮ ਦੀ ਸ਼ੁਰੂਆਤ ਸੀ, ਇਹ ਧਰਮ ਦਾ ਮਾਰਗ ਸੀ। ਜਿਵੇਂ ਤੁਸੀਂ ਆਪਣੇ ਘਰੋਂ ਤੁਰ ਕੇ ਇਸ ਅਸਥਾਨ ਤੇ ਆਏ ਹੋ, ਤੇ ਤੁਹਾਨੂੰ ਕਿਸ ਚੀਜ਼ ਨੇ ਕੰਮ ਦਿੱਤਾ? ਇਸ ਰਾਹ ਨੇ, ਇਸ ਸੜਕ ਨੇ। ਤੁਸੀਂ ਸੜਕ ਦੀ ਵਰਤੋਂ ਕਰਕੇ ਇਸ ਥਾਂ ਤੇ ਆ ਗਏ। ਇਹ ਧਰਮ ਹੈ, ਤੇ ਜਿੱਥੋਂ ਤੁਰ ਕੇ ਆਇਓ ਉਹ ਪੰਥ ਹੈ, ਉਹ ਰਾਹ ਹੈ। ਤੇ ਜੇ ਉੱਥੇ ਸੜਕ ਦੇ ਵਿਚਕਾਰ ਕਿਤੇ ਚੌਂਕੜਾ ਲਾ ਦਿੰਦੇ ਫਿਰ ਕੀ ਹੁੰਦਾ? ਸੜਕ ਦੇ ਵਿਚਕਾਰ ਬੈਠ ਜਾਂਦੇ, ਟ੍ਰੈਫਿਕ ਰੁਕ ਜਾਂਦੀ, ਲੋਕ ਇਕੱਠੇ ਹੋ ਜਾਂਦੇ, ਰੌਲਾ ਪੈ ਜਾਂਦਾ, ਖਿੱਚਾਤੂਈ ਹੋ ਜਾਂਦੀ ਵੀ ਉਠਾਓ ਇਸ ਨੂੰ, ਫਿਰ ਗਲਤ ਹੋ ਜਾਣਾ ਸੀ। ਪਰ ਸੜਕ ਚਾਹੀਦੀ ਜ਼ਰੂਰ ਸੀ। ਅੱਜ ਕਿਉਂ ਹੈ ਤਕਲੀਫ ਧਾਰਮਿਕ ਜਗਤ ਵਿੱਚ? ਕਿਉਂਕਿ ਲੋਕ ਮਜ਼੍ਹਬਾਂ ਦੀ ਕੈਦ ਵਿੱਚ ਫਸ ਗਏ, ਸਿਰਫ ਧਰਮ ਤੱਕ ਗਏ ਹੀ ਨਹੀਂ, ਧਰਮ ਤੱਕ ਪਹੁੰਚੇ ਹੀ ਨਹੀਂ, ਰਾਹ ਵਿੱਚ ਹੀ ਅੜ ਗਏ। ਬਸ ਰੰਗਾਂ ਬਰੰਗਾਂ ਦੇ ਵਿੱਚ, ਥਾਵਾਂ ਵਿੱਚ ਫਸ ਗਏ, ਗੱਲਾਂ ਬਾਤਾਂ ਯਾਦ ਕਰ ਲਈਆਂ। ਕਿਸੇ ਨੇ ਕਿਹਾ ਤੂੰ ਗਲਤ ਸੁਣਾ ਦਿੱਤੀ, ਦੂਜੇ ਨੇ ਕਿਹਾ ਵੀ ਇਹ ਠੀਕ ਹੈ। ਇਹਨੂੰ ਕਿਹਾ ਭਾਈ ਗੁਰਦਾਸ ਜੀ ਨੇ, ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾਣੇ। ਧਾਰਮਿਕ ਬੰਦੇ ਆਪਸ ਵਿੱਚ ਖਹੀ ਜਾ ਰਹੇ ਨੇ, ਖਿੱਚਾ ਤਾਣ ਹੋ ਰਹੀ ਹੈ, ਇੱਕ ਦੂਜੇ ਦੇ ਕੱਪੜੇ ਪਾੜ ਰਹੇ ਨੇ, ਈਰਖਾ, ਨਿੰਦਿਆ, ਵਖੈਲੀ ਸਭ ਕੁਝ ਹੋ ਰਿਹਾ। ਇਹ ਕਿਉਂ ਹੋਇਆ? ਵੀ ਅਸੀਂ ਰਾਹ ਵਿੱਚ ਬੈਠ ਗਏ, ਤੋੜ ਨਹੀਂ ਆਏ, ਧਰਮ ਤੱਕ ਨਹੀਂ ਆਏ। ਇਸ ਕਰਕੇ ਧਰਮ ਕੀ ਹੈ? ਧਰਮ ਹੈ ਵੀ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਦੋ ਚੀਜ਼ਾਂ ਨੂੰ ਧਰਮ ਕਹਿੰਦੇ ਨੇ। ਨਾਮ ਜਪਣਾ ਤੇ ਆਪਣਾ ਜਿਹੜਾ ਕਰਮ ਹੈ, ਅਮਲੀ ਜੀਵਨ ਹੈ, ਉਹਨੂੰ ਸ਼ੁੱਧ ਕਰਨਾ ਹੈ। ਧਰਮ ਇਹਦਾ ਨਾਮ ਹੈ। ਨਹੀਂ ਤੇ ਅਸੀਂ ਰਾਹ ਵਿੱਚ ਹੀ ਰਹਿ ਜਾਵਾਂਗੇ। ਗੁਰੂ ਸਾਹਿਬ ਨੇ ਕਿਹਾ ਜਿਨ੍ਹਾਂ ਨੇ ਮੰਨ ਲਿਆ ਉਹ ਕੌਣ ਨੇ? ਮੰਨੈ ਮਗ ਨਾ ਚੱਲੈ ਪੰਥ। ਮਗ ਕਹਿੰਦੇ ਨੇ ਮਾਰਗ ਨੂੰ, ਪੰਥ ਕਹਿੰਦੇ ਨੇ ਮਾਰਗ ਨੂੰ। ਜਿਨ੍ਹਾਂ ਨੇ ਉਹਦੇ ਨਾਮ ਨੂੰ ਜਪਿਆ ਤੇ ਮੰਨਿਆ ਹੈ, ਉਹ ਫਿਰ ਮਾਰਗ ਦੇ ਵਿੱਚੋਂ ਲੰਘ ਕੇ, ਮਜ਼ਹਬ ਦੇ ਵਿੱਚੋਂ ਲੰਘ ਕੇ ਉੱਥੇ ਵਾਰ-ਵਾਰ ਨਹੀਂ ਚੱਲਦੇ।
ਵਾਰ-ਵਾਰ ਨਹੀਂ ਘੁੰਮਦੇ ਉੱਥੇ। ਤੁਸੀਂ ਕਦੀ ਸੋਚੋ ਵੀ ਜੇ ਕੋਈ ਬੰਦਾ ਇੱਥੋਂ ਘਰੋਂ ਗੁਰਦੁਆਰੇ ਆਏ, ਗੇਟ ਤੱਕ ਆਏ ਤੇ ਫਿਰ ਘਰ ਚਲਾ ਜਾਏ, ਘਰੋਂ ਫਿਰ ਗੇਟ ਤੱਕ ਆਏ, ਫਿਰ ਘਰ ਚਲਾ ਜਾਏ, ਉਹਨੂੰ ਕੀ ਕਵਾਂਗੇ? ਇਹ ਮਾਰਗ ਵਿੱਚ ਘੁੰਮ ਰਿਹਾ ਹੈ, ਇਹ ਰਸਤੇ ਵਿੱਚ ਘੁੰਮੀ ਜਾ ਰਿਹਾ, ਅੱਗੇ ਨਹੀਂ ਆ ਰਿਹਾ। ਗੁਰੂ ਸਾਹਿਬ ਨੇ ਕਿਹਾ ਜਿਨ੍ਹਾਂ ਨੇ ਮੰਨ ਲਿਆ ਉਹ ਮੰਨੈ ਮੱਗ ਨਾ ਚੱਲੈ ਪੰਥ। ਉਹ ਫਿਰ ਸੜਕ ਦੀ ਵਰਤੋਂ ਕਰਕੇ, ਇਹ ਮਜ਼ਹਬ ਦੀ ਵਰਤੋਂ ਕਰਕੇ ਅੱਗੇ ਆ ਜਾਂਦੇ ਨੇ ਸ਼ਬਦ ਤੱਕ, ਨਾਮ ਤੱਕ। ਫਿਰ ਉਹਨਾਂ ਦਾ ਸੰਬੰਧ ਕਿਹਦੇ ਨਾਲ ਹੋ ਜਾਂਦਾ ਹੈ? ਮੰਨੈ ਧਰਮ ਸੇਤੀ ਸੰਬੰਧ। ਉਹਨਾਂ ਦਾ ਸੰਪਰਕ ਫਿਰ ਸ਼ਬਦ ਨਾਲ ਹੋ ਜਾਂਦਾ ਹੈ। ਸ਼ਬਦ ਹੀ ਧਰਮ ਹੈ। ਸ਼ਬਦ ਨਾਲ ਜੁੜਨਾ ਹੀ ਧਰਮ ਦਾ ਮੁੱਖ ਅੰਗ ਹੈ। ਜਿਹੜਾ ਧਾਰਮਿਕ ਵਿਅਕਤੀ, ਜਿੰਨੇ ਧਰਮ ਨੇ, ਇਕੱਲਾ ਸਿੱਖ ਧਰਮ, ਵੈਸੇ ਸਿੱਖੀ ਵਿੱਚ ਤੇ ਸ਼ਬਦ ਨੂੰ ਸਿੱਧਾ ਹਾਈਲਾਈਟ ਕਰ ਦਿੱਤਾ ਗਿਆ ਬਈ ਹੋਰ ਵਿੱਚ ਬੰਦੇ ਨੂੰ ਪੂਰੀ ਸਮਝ ਆ ਜਾਵੇ ਪ੍ਰਯੋਜਨ ਕੀ ਹੈ, ਬਹੁਤ ਉੱਚਾ ਕੀਤਾ ਗਿਆ। ਤਾਂ ਇਹ ਸਾਰਾ ਪ੍ਰਯੋਜਨ ਹਜ਼ੂਰ ਨੇ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਭਾਵੇਂ ਖਾਲਸੇ ਨੂੰ ਗੁਰਤਾ ਦਿੱਤੀ, ਕੋਈ ਸ਼ੱਕ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਨਾਲ ਖਾਲਸੇ ਪੰਥ ਨੂੰ ਵੀ ਗੁਰੂ ਕਿਹਾ ਹੈ, ਪਰ ਇੱਕ ਫਰਕ ਰੱਖ ਦਿੱਤਾ। ਕਹਿਣ ਲੱਗੇ ਚੌਰ ਝੁੱਲੇਗਾ ਤੇ ਸ਼ਬਦ ਤੇ ਝੁੱਲੇਗਾ, ਤਖਤ ਲੱਗੇਗਾ ਤੇ ਸ਼ਬਦ ਦੇ ਲੱਗੇਗਾ, ਜ਼ਮੀਨ ਤੇ ਮੱਥਾ ਰੱਖਣਾ ਤੇ ਸ਼ਬਦ ਅੱਗੇ ਰੱਖਣਾ ਹੈ। ਕਿਹਾ ਜ਼ਰੂਰ ਵੀ ਪੰਥ ਗੁਰੂ ਹੈ, ਪਰ ਉਹਨੂੰ ਇੱਕ ਥੋੜ੍ਹਾ ਜਿਹਾ ਹੋਰ ਸਿਸਟਮ ਦੇ ਵਿੱਚ ਪਾ ਦਿੱਤਾ। ਉਹਦੀ ਵਰਤੋਂ ਜ਼ਰੂਰ ਹੈ, ਕੋਈ ਸ਼ੱਕ ਨਹੀਂ। ਤਾਂ ਇਹ ਕਿਉਂ ਕੀਤਾ ਕਿ ਬੰਦੇ ਨੂੰ ਸਮਝ ਆ ਜਾ ਧਰਮ ਕੀ ਹੈ। ਧਰਮ ਹੈ ਸ਼ਬਦ ਨਾਲ ਸਾਂਝ ਬਣੇ ਬੰਦੇ ਦੀ ਸੁਰਤ ਦੀ, ਤੇ ਫਿਰ ਸ਼ਬਦ ਹੀ ਉਹਦਾ ਗੁਰੂ ਹੋ ਗਿਆ। ਸਾਧ ਸੰਗਤ ਦੇ ਰਾਹੀਂ ਉਹ ਜੁੜਿਆ। ਤਾਂ ਜਿੱਦਣ ਇਸ ਤਰ੍ਹਾਂ ਦੇ ਧਾਰਮਿਕ ਇੱਥੇ ਪੈਦਾ ਹੋ ਜਾਣਗੇ, ਫਿਰ ਇਹ ਸਾਰਾ ਸੰਸਾਰ ਬਿਲਕੁਲ ਐਨ ਉਸ ਰਾਹ 'ਤੇ ਤੁਰ ਪਏਗਾ ਜਿਹਦੇ ਵਾਸਤੇ ਰੱਬ ਨੇ ਇਹਨੂੰ ਬਣਾਇਆ ਹੈ। ਧਰਮੀ ਲੋਕ ਵੀ ਧਰਮੀ ਨਹੀਂ ਹਨ। ਤਾਂ ਸਾਹਿਬ ਦੇ ਬਚਨ ਮੈਂ ਕਹਿ ਰਿਹਾ ਸੀ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ, ਦੱਬ ਤਾਂ ਦਿੱਤਾ ਕਬਰ ਵਿੱਚ। ਆਖਰ ਬੇਅਤ ਜਿਹੜੀ ਆਖਰੀ ਨਮਾਜ਼ ਹੈ ਉਹ ਵੀ ਪੜ੍ਹ ਦਿੱਤੀ, ਪਰ ਉਹ ਕਾਰਜ ਨਹੀਂ ਹੋਇਆ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਅੱਜ ਬਚਨ ਕੀਤੇ ਨੇ, ਕਹਿਣ ਲੱਗੇ ਤੇਰੇ ਮੁਕਤ ਬੇਭੂਤ ਹੈ। ਅੱਗੇ ਬਚਨ ਕੀਤਾ, ਕਹਿਣ ਲੱਗੇ ਸਮਸਤੋ ਪਰਾਜ ਹੈ। ਜਿਹੜਾ ਸ਼ਬਦ ਦਾ ਅਰਥ ਚੱਲ ਰਿਹਾ ਸੀ, ਸਮਸਤੋ ਪਰਾਜ, ਸਮਸਤੋ ਕਹਿੰਦੇ ਸਾਰੇ, ਪਰਾਜ ਕਹਿੰਦੇ ਪਰਾਜਿਤ ਕਰਨਾ, ਹਰਾ ਦੇਣਾ। ਤੇਰੇ ਵਿੱਚ ਇੰਨੀ ਸ਼ਕਤੀ, ਅਖੀਰ ਨੂੰ ਤੇਰੇ ਅੱਗੇ ਸਾਰੇ ਪਰਾਜਿਤ ਹੋ ਗਏ। ਸਾਹਿਬ ਕਹਿੰਦੇ ਸਦਾ ਸਰਬ ਸਾਜ ਹੈ। ਫਿਰ ਤੂੰ ਸਾਰੇ ਸੰਸਾਰ ਨੂੰ ਸਾਜਦਾ ਹੀ ਰਹਿੰਦਾ ਹੈ, ਬਣਾਉਂਦਾ ਹੀ ਰਹਿੰਦਾ ਹੈ। ਸਮਸਤੁਲ ਸਰੂਪ ਹੈ, ਸਮਸਤੁਲ ਸਲਾਮ ਹੈ। ਸਲਾਮ ਦਾ ਭਾਵ ਹੈ ਸਲਾਮਤ ਰਹਿਣਾ। ਸਮਸਤੁਲ ਸਾਰੇ ਸਮਿਆਂ ਵਿੱਚ, ਹਰ ਇੱਕ ਸਮੇਂ ਦੇ ਅੰਦਰ ਤੂੰ ਸਲਾਮਤ ਰਹਿਣਾ ਹੈ। ਸदैवुल ਅਕਾਮ ਹੈ। ਇੰਨਾ ਮਹਾਨ ਹੈ ਵੀ ਇੰਨਾ ਜਗਤ ਤੂੰ ਰਚਿਆ ਹੈ, ਬਣਾਇਆ ਹੈ, ਪਰ ਕਾਮਨਾ ਨਹੀਂ ਕਦੀ ਹੋਈ ਵੀ ਮੈਂ ਕਰਦਿਆਂ ਉਹ ਕਰਦਿਆਂ। ਸਿਰ ਦਾ ਬੋਝ ਨਹੀਂ ਤੇਰਾ ਕਦੀ ਬਣਦਾ, ਬੇਪਰਵਾਹ ਰਹਿਣਾ। ਬਸ ਜੋ ਕੁਝ ਕਰੀ ਜਾਂਦਾ ਬੇਪਰਵਾਹੀ ਨਾਲ ਕਰੀ ਜਾਂਦਾ, ਕਾਮਨਾ ਨਹੀਂ ਹੈ। ਸਾਹਿਬ ਕਹਿੰਦੇ ਨਿਰਬਾਧ ਸਰੂਪ ਹੈ। ਬਾਧ ਕਹਿੰਦੇ ਨੇ ਬੱਝਣ ਨੂੰ। ਤੂੰ ਸੰਸਾਰ ਨੂੰ ਬਣਾਉਂਦਾ ਜ਼ਰੂਰ ਹੈ, ਕਰਮ ਜ਼ਰੂਰ ਕਰਨਾ ਹੈ, ਪਰ ਉਹਨੂੰ ਬਣਾਉਣ ਵਾਲਾ ਕਰਤਾ ਸਰੂਪ ਹੋ ਕੇ ਬੱਝਦਾ ਨਹੀਂ ਨਾਲ ਵੀ ਮੈਂ ਹੀ ਬਣਾਇਆ ਹੈ। ਦਾਅਵੇ ਨਹੀਂ ਕਰਦਾ, ਮੈਂ ਹੀ ਬਣਾਇਆ ਹੈ। ਹੁਣ ਉਹਦੇ ਨਾਲ ਸਾਡੀ ਸਾਂਝ ਕਿਵੇਂ ਬਣੇ? ਬੰਦੇ ਨੇ ਤੇ ਅੱਜ ਤੋਂ 20 ਸਾਲ ਪਹਿਲਾਂ 20 ਇੱਟਾਂ ਦਿੱਤੀਆਂ ਹੋਣ ਗੁਰਦੁਆਰੇ ਵਿੱਚ, ਤੇ 20 ਸਾਲਾਂ ਬਾਅਦ ਆਏ ਮੱਥਾ ਟੇਕਣ। ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਘੱਟ ਸੁਣੇਗਾ ਤੇ ਇਹ ਪਤਾ ਪਹਿਲਾਂ ਕਰੇਗਾ ਵੀ ਉਹ ਜਿਹੜੀਆਂ 20 ਇੱਟਾਂ ਮੈਂ ਦਿੱਤੀਆਂ ਸਾਨੂੰ ਕੰਧ ਵਿੱਚ ਕਿਹੜੀ ਥਾਂ ਤੇ ਲੱਗੀਆਂ ਨੇ, ਦੱਸੋ। ਉਹ ਮੈਂ ਲਵਾਈਆਂ ਸੀ। ਜਿਹਦੇ ਨਾਲ ਜੁੜਨਾ ਸੀ ਉਹਨੇ ਸਾਰੀ ਕਾਇਨਾਤ ਬਣਾਈ, ਤੇ ਉਹਨੇ ਕਦੀ ਨਹੀਂ ਇਹਦੇ ਨਾਲ ਬੱਝਾ ਵੀ ਮੈਂ ਬਣਾਇਆ ਹੈ।
ਤੇ ਜਿਸ ਕਮਬਖਤ ਨੇ ਉਹਦੇ ਤੋਂ ਲੈ ਕੇ ਕੁਝ ਵਿੱਚੋਂ 20 ਇੱਟਾਂ ਦੇ ਦਿੱਤੀਆਂ, ਉਹ ਫਿਰ ਇੱਟਾਂ ਤੇ ਆਪਣਾ ਨਾਂ ਲਿਖਾਉਂਦਾ ਫਿਰਦਾ। ਬੰਦੇ ਦਾ ਦੁੱਖ ਹੀ ਇਹ ਹੈ। ਜਿੱਦਣ ਇਹ ਬੰਧਨ ਖੁੱਲ੍ਹ ਗਿਆ ਉਦਣ ਸੁੱਖ ਸ਼ੁਰੂ ਹੋ ਗਿਆ। ਇਸ ਕਰਕੇ ਕਹਿੰਦੇ ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ। ਅਗਾਧ ਦਾ ਮਤਲਬ ਤੇਰੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਉਪਮਾ ਤੋਂ ਰਹਿਤ ਹੈ, ਬੜਾ ਮਹਾਨ ਹੈ, ਤੇਰੇ ਤੱਕ ਕਿਸੇ ਦੀ ਪਹੁੰਚ ਨਹੀਂ, ਤੇਰੇ ਤੱਕ ਕੋਈ ਨਹੀਂ ਜਾ ਸਕਦਾ। ਅਗਾਧ ਦਾ ਵੈਸੇ ਅਰਥ ਹੁੰਦਾ ਹੈ, ਗਾਧ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਨੂੰ ਆਪਾਂ ਆਪਣੇ ਹੱਥਾਂ ਵਿੱਚ ਲੈ ਲਈਏ, ਆਪਣੇ ਕੰਟਰੋਲ ਵਿੱਚ ਕਰ ਲਈਏ। ਪਰ ਐਸਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੰਨਾ ਮਹਾਨ ਹੈ, ਸਾਰਿਆਂ ਦੇ ਕੋਲ ਵੀ ਹੈ, ਸਾਰਿਆਂ ਦੇ ਨੇੜੇ ਵੀ ਹੈ, ਕਿਸੇ ਦੀ ਗ੍ਰਿਫਤ ਵਿੱਚ ਨਹੀਂ ਆਉਂਦਾ, ਕਿਸੇ ਦੇ ਹੱਥਾਂ ਵਿੱਚ ਨਹੀਂ ਆਉਂਦਾ। ਇਹ ਸਾਰੀ ਉਪਮਾ ਉਹਦੇ ਅੰਦਰ ਬੜੀ ਬੇਅੰਤ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਸਾਰੀ ਬਾਣੀ ਦੇ ਅੰਦਰ ਉਸ ਬੇਅੰਤ ਅਕਾਲ ਪੁਰਖ ਦੀ ਰਚਨਾ ਔਰ ਉਹਦੇ ਜਿਹੜੇ ਕੰਮ ਨੇ ਉਹਨਾਂ ਨੂੰ ਇੱਥੇ ਬਿਆਨ ਕੀਤਾ ਹੈ। ਆਓ ਸਾਧ ਸੰਗਤ ਕੁਝ ਮਿੰਟ ਵਾਸਤੇ ਗੁਰੂ ਸ਼ਬਦ ਦਾ ਸਾਂਝ ਪਾਈਏ। ਗੁਰੂ ਚਰਨਾਂ ਦੇ ਵਿੱਚ ਬੈਠ ਕੇ ਸਾਰਿਆਂ ਨੇ ਉੱਚੀ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ ਵਾਹਿਗੁਰੂ।